सेवा देश की जिंदड़ी है बड़ी औखी गल्लां करनियां ढेर सखलियां ने जिन्हां देश सेवा विच पैर पाया उन्हां लख मुसीबतां झल्लियां ने उन्हां लख मुसीबतां झल्लियां ने। एक युद्ध चल रहा है ते युद्ध जारी रहेगा। सानू लोकां दे माण है कि जिहड़ा युद्ध नूं रोकण दा इन्हां ने यतन कीता सी ओह युद्ध नहीं रुकेगा ते ना ही रुकिया। जिस विचार ते हमला विढ़िया सी ओह विचार ना अज मरिया ते ना कल मरिया, सगों लोकां ने इसनूं सिजदा भी कीता ते अगों वाधा भी रखिया। साडा जेल जाना सिर्फ एक सड़क दे मोड़ वर्गा है। ਸਾਡੇ ਜੇਲ੍ਹ ਜਾਣ ਦੇ ਨਾਲ ਜਿਹੜੀ ਹੇਠਾਂ ਜਨਤਾ ਹੈ ਉਹ ਹੋਰ ਮਤਲਬ ਆਪਦੀ ਜ਼ਿੰਮੇਵਾਰੀ ਚੱਕ ਕੇ ਲੜੀ ਹੈ, ਹੋਰ ਆਗੂ ਪੈਦਾ ਹੋਇਆ। ਸਾਡਾ ਵਿਸ਼ਵਾਸ ਇਸ ਨਾਲ ਪੱਕਾ ਹੋਇਆ ਵੀ ਸਾਡੀ ਜਿਹੜੀ ਲੋਕ ਸ਼ਕਤੀ ਹੈ ਉਹ ਅੱਗੇ ਨੂੰ ਗਠਿਤ ਹੋ ਕੇ ਮਜ਼ਬੂਤ ਹੋ ਕੇ ਇਸ ਜਿਹੜਾ ਹੱਕੀ ਸੰਗਰਾਮ ਹੈ ਉਹਦੇ ਵਿੱਚ ਲੜਦੀ ਰਹੂਗੀ। मेहरबानी नहीं बना दे कोठी बस बक्सी दे आओ वो तो अगे आप हर एक बारी परिवारां समेत अगे भी होने तो आप हर एक बारी बच्चे लेके पूरे नाल सारे भैन भरावां नूं साडी बेनती है कि शहीद बीबी किरणजीत दी 8वीं बरसी 12 अगस्त दिन शुक्रवार नूं महल कलां दी दाणा मंडी दे विच 10 बजे मनाई जा रही है। These slogans, posters and mobilization campaigns started in the year 1997. Mahal Kalan, a village in district Barnala of the North Indian state of Punjab. 29th July 1997. As usual, Kiranjeet Kaur has gone to Mata Sahib Kaur College to attend classes. It is late, but Kiranjeet has not yet returned home. उस बाद जो कॉलेज तो आके मेरी गुड़ी अपने घरे रह पी वो आपके घर में चली गई साइकिल से। The search for Kiranjeet began. सिरा ਜਿਹੜੇ ਕਰਨ ਆਉਂਦੀ ਸੀ ਉਹ ਸਿਰਾ ਟਰੈਕਟਰ ਪਾ ਲਿਆ। ਟਰੈਕਟਰ ਪਾ ਕੇ ਆ ਕੇ ਅਸੀਂ ਉਰੇ ਕੱਸੀ ਤੱਕ ਮੇਰਾ ਖੇਤ ਮਾਗਰਾ ਹੈ 40-50 ਕਿੱਲੇ ਉੱਥੇ ਅਸੀਂ ਆਪਦੇ ਸ਼ੀਰੀ ਨੂੰ ਆ ਕੇ ਪੁੱਛਿਆ ਵੀ ਜੀ ਇੱਥੇ ਕੁੜੀ ਲੰਘ ਗਈ ਰੋਜ਼ਾਨਾ ਦੀ ਤਰ੍ਹਾਂ ਤਾਂ ਉਹ ਸ਼ੀਰੀ ਕਹਿੰਦਾ ਜੀ ਹਾਂ ਸਰਦਾਰ ਜੀ ਉਹ ਤਾਂ ਲੰਘ ਗਈ। ਉਦੋਂ ਬਾਅਦ ਜਦੋਂ ਅਸੀਂ ਆਏ ਗਾਹਾਂ ਆਏ ਜਿੱਥੇ ਹੁਣ ਖੜੇ ਆ ਇੱਥੇ ਇੱਕ ਜੰਡੀ ਵੱਢੀ ਪਈ ਸੀ ਉਹਦੇ ਥੱਲੇ ਸਾਈਕਲ ਦੱਬਿਆ ਪਿਆ ਸੀ। ਉਸ ਤੋਂ ਬਾਅਦ ਹਰ ਦੇ ਵਿੱਚ ਇੱਕ ਅੰਡਰਵੀਅਰ ਕਾਚੂ ਤੇ ਕੁਝ ਸੁੱਕੀਆਂ ਲੱਕੜਾਂ ਕੁਝ ਹਰ ਵੀ ਪੱਟੀ ਪਈ ਸੀ। ਭਾਲ ਟੋਲ ਕਰਦਿਆਂ ਨੂੰ ਫਿਰ ਉਹ ਕਹਿੰਦੇ ਵੀ ਰਾਬਟ ਲਿਖਾਓ ਤੇ ਪਿੰਡੋਂ ਹੋਰ ਬੰਦੇ ਵੀ ਆ ਗਏ ਸੀ, ਕੁਝ ਪਤਾ ਲੱਗ ਗਿਆ। ਬਿੱਟੂ ਤੇ ਗੁਰਪ੍ਰੀਤ ਚੀਨਾ ਵੀ ਆ ਗਏ। ਉਹ ਆ ਕੇ ਅਸੀਂ ਉਹਨਾਂ ਨੂੰ ਕਿਹਾ ਵੀ ਦੇਖ ਜਰਾ ਵੀ ਆਹ ਗੱਲ ਹੋ ਗਈ। ਚੱਲ ਚੀਨਾ ਤਾਂ ਉਹ ਕਰਨ ਲੱਗਾ ਟਾਲ ਮਟੋਲੇ, ਜਦੋਂ ਨੂੰ ਬਾਈਆ ਤੇ ਹੋਰ ਆ ਗਏ ਤਾਂ ਚੀਨੇ ਨੇ ਇੱਥੇ ਆਪਣੇ 3-4 ਮੁੰਡਿਆਂ ਦੇ ਨਾਂ ਰੱਖਤੇ। ਮੈਂ ਅਜੇ ਉਹਦਾ ਵਿਰੋਧ ਵੀ ਕਰਿਆ ਵੀ ਯਾਰ ਤੁਸੀਂ ਨਜਾਇਜ਼ ਕਰੀ ਜਾਂਦੇ ਹੋ, ਪਰ ਉਹ ਕਹਿੰਦੇ ਯਾਰ ਤੈਨੂੰ ਕੀ ਪਤਾ। 8:30-9 ਵੱਜ ਗਏ ਸਾਨੂੰ ਹਨੇਰਾ ਹੋ ਗਿਆ। ਇੱਥੇ ਆ ਕੇ ਅਸੀਂ ਚਲੋ ਰੋਟੀ ਰਾਟੀ ਮਾੜੀ ਮੋਟੀ ਖਾਧੀ, ਨੀਂਦ ਤਾਂ ਕੀ ਆਉਣੀ ਸੀ। ਪੈ ਪੂ ਗਏ ਜਵਾਕ ਵੀ ਸਾਰੇ, ਮਤਲਬ ਦਾ ਅਜੇ ਸਾਰਾ ਟੱਬਰੀ ਪਰਿਵਾਰ ਤੇ ਵੀ ਕੀ ਹੋ ਗਿਆ ਯਾਨੀ ਉਹੀ ਸਾਂਝੇ ਮਾਰੇ ਗਏ ਸਭ। When the police and administration did not respond adequately, the victim's family approached mass organizations. Realizing the gravity of the situation, the mass organizations joined the search and formed an action committee. SP ਸੇਖੋਂ ਸੀ ਜਿਹੜਾ ਬਰਨਾਲੇ, ਉਹ ਵੀ ਆਇਆ। ਉਹ ਵੀ ਇਹਨਾਂ ਦਾ ਮਤਲਬ ਆ ਕੇ ਉਹਨੇ ਕਰੀ ਸਾਰੀ ਗੱਲਬਾਤ। ਸਾਨੂੰ ਵੀ ਉਹਨੇ ਪੈਸੇ ਵਜਾ ਕੀਤਾ ਤੁਸੀਂ ਇਹ ਦੁਸ਼ਮਣੀ ਪਾਈ ਜਾਂਦੇ ਹੋ, ਕੀ ਹੈ ਕਿਸ ਤਰ੍ਹਾਂ ਮਤਲਬ ਇਹ ਗੱਲ ਹੋਈ ਹੈ, ਪਤਾ ਨਹੀਂ ਕੀ ਹੋ ਰਿਹਾ। ਜਾਣੀ ਉਹਨੇ ਉਹ ਗੱਲ ਨੂੰ ਪੈਸਾ ਵਜਾ ਕੀਤਾ ਬਹੁਤ। ਤੇ ਉਹ ਕਮੇਟੀ ਵਾਲੇ ਜਦੋਂ ਇਹਨਾਂ ਨੂੰ ਮਿਲੇ, ਭਾਈ ਤੁਸੀਂ ਕੀ ਗੱਲ ਰਾਬਟ ਕਿਉਂ ਲਿਖੀ ਵੀ ਹੁਣ ਜਦੋਂ ਇੱਥੋਂ ਥਾਣੇ ਚਲਿਆ ਗਿਆ ਸਾਡੇ ਘਰੋਂ ਨੂੰ ਇਨਕੁਆਇਰੀ ਕਰਕੇ। ਕਮੇਟੀ ਵਾਲੇ ਉੱਥੇ ਬੈਠੇ ਸੀਗੇ ਵੀ ਤੁਸੀਂ
ਇਹ 3 ਤਰੀਕ ਹੋ ਗਈ, ਰਾਫਟ ਅਜੇ ਤੱਕ ਨਹੀਂ ਲਿਖ ਰਹੀ। 29 ਦੀ ਘਟਨਾ ਹੈ। ਜਿਹੜੀ ਸ਼ੱਕ ਦੀ ਉਂਗਲ ਸੀ ਹੋਰ ਨੌਜਵਾਨਾਂ ਵੱਲ ਵੀ ਉੱਠ ਸਕਦੀ ਸੀ, ਖੁਦ ਪਰਿਵਾਰ ਵੱਲ ਵੀ ਉੱਠ ਸਕਦੀ ਸੀ। ਅਸੀਂ ਉਸ ਘਟਨਾ ਦੀ ਜਿੱਥੇ ਉਹ ਘਟਨਾ ਵਾਪਰਨ ਦਾ ਥਾਂ ਨੂੰ ਅਸੀਂ ਚੰਗੀ ਤਰ੍ਹਾਂ ਪੜਤਾਲ ਕੀਤਾ, ਉੱਥੇ ਅਸੀਂ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਵੀ ਇੰਟਰੋਡਿਊਸ ਕੀਤਾ, ਉਹਨਾਂ ਨੂੰ ਪੜਤਾਲ ਕੀਤਾ। ਸਾਨੂੰ ਚੱਕਿਆ ਗਿਆ ਪੁਲਿਸ ਮੁਲਾਜ਼ਮਾਂ ਨੇ ਤੇ ਕੁੱਟਮਾਰ ਵੀ ਕੀਤੀ ਗਈ, ਤਫਤੀਸ਼ ਪੁੱਛ-ਦੱਸ ਕਰੀ ਗਈ। ਸਾਨੂੰ ਪੁੱਛਿਆ ਗਿਆ ਵੀ ਤੁਸੀਂ ਜਾਣਦੇ ਹੋ ਜਾਂ ਇਸ ਤਰ੍ਹਾਂ ਦਾ ਪਤਾ ਕਰਿਆ ਗਿਆ। ਹੋਰ ਵੀ ਬਹੁਤ ਸਾਰੇ ਮੁੰਡੇ ਚੱਕੇ ਗਏ ਤੇ ਕੁੱਟਮਾਰ ਨਜਾਇਜ਼ ਹੋਈ। ਸਾਡੀ ਮੁੱਢਲਾ ਸਵਾਲ ਜਿੱਥੇ ਉਹਨਾਂ ਕਾਤਲਾਂ ਦੀ ਸਹੀ ਦੋਸ਼ੀਆਂ ਦੀ ਗ੍ਰਿਫਤਾਰੀ ਕਰਾਉਣ ਦਾ ਸੀ ਔਰ ਕੁੜੀ ਨੂੰ ਸਾਨੂੰ ਪਤਾ ਕਰਨ ਦਾ ਸੀ ਕਿ ਲੱਭਣ ਦਾ ਸਵਾਲ ਸੀ ਕਿਰਨਜੀਤ ਨੂੰ, ਉੱਥੇ ਨਾਲ ਦੀ ਨਾਲ ਇਹ ਵੀ ਸੀ ਕਿ ਉਹਨਾਂ ਨੌਜਵਾਨ ਜਿਹੜੇ ਨੌਜਵਾਨਾਂ ਤੇ ਤਸ਼ੱਦਦ ਕੀਤਾ ਜਾ ਰਿਹਾ ਉਹ ਤਸ਼ੱਦਦ ਬੰਦ ਕੀਤਾ ਜਾਵੇ, ਸਹੀ ਦਿਸ਼ਾ ਦੇ ਵਿੱਚ ਜਿਹੜੇ ਇਸ ਘਟਨਾ ਦੇ ਦੋਸ਼ੀ ਨੇ ਉਹਨਾਂ ਉਹ ਪੜਤਾਲ ਕੀਤੇ ਜਾਣ, ਉਹਨਾਂ ਨੂੰ ਅਰੈਸਟ ਕੀਤਾ ਜਾਵੇ। ਪੁਲਿਸ ਵਾਲਿਆਂ ਨੇ ਇਹ ਚਾਹਤੀ ਸੀ ਵੀ ਕੁੜੀ ਉਹਨਾਂ ਦੇ ਘਰ ਦੇ ਵਿੱਚ ਹੀ ਆ ਕੇਸ। ਇਹ ਕਾਲਜ ਵਾਲੀ ਕਮੇਟੀ ਸੀ, ਉਹਨਾਂ ਨੇ ਵੀ ਬਹੁਤ ਜ਼ੋਰ ਲਾਇਆ। ਉਹਨਾਂ ਨੂੰ ਇਸ ਤਰ੍ਹਾਂ ਚਾਹਤੀ ਕਿ ਵੀ ਇਹ ਤਾਂ ਮਾਸਟਰ ਨੇ ਆਪ ਹੀ ਕੁੜੀ ਮਾਰੀ ਹੈ। ਸਹੀ ਮਤਲਬ ਜਿਹੜੀ ਖੋਜ ਕਰਨ ਦੀ ਬਜਾਏ ਹੋਰ ਪਾਸੇ ਸਾਨੂੰ ਵੀ ਤੁਰੇ ਫਿਰਨ, ਆਪ ਵੀ ਤੁਰੇ ਫਿਰਨ। The police did not question the owners of the field from where Kiranjeet's bicycle, books and undergarments were recovered. But the action committee was getting convinced of their involvement. ਜਿਹੜੀ ਅਰਹਰ ਸੀ ਉਹ ਮਿੱਦੀ ਪਈ ਸੀ ਉਸ ਥਾਂ ਦੇ ਉੱਤੇ। ਕੋਈ ਵੇਖ ਕੇ ਜਿਹੜਾ ਬੰਦਾ ਵੀ ਥੋੜੀ ਜਿਹੀ ਵੀ ਸੋਝੀ ਰੱਖਦਾ ਹੈ ਉਹ ਬੰਦਾ ਇਸ ਰਿਜ਼ਲਟ ਤੇ ਪਹੁੰਚ ਸਕਦਾ ਹੈ ਕਿ ਇੱਕ ਘਟਨਾ ਇੱਥੇ ਵਾਕਈ ਵਾਪਰੀ। ਦੂਜੀ ਗੱਲ ਕਿ ਉਸ ਥਾਂ ਤੇ ਜਿਹੜਾ ਖੇਤ ਹੈ ਔਰ ਜਿਹੋ ਪਿਛਲੇ 55 ਸਾਲ ਤੋਂ ਦੰਦਨਾਉਂਦੇ ਇਲਾਕੇ 'ਚ ਦੱਬ ਹੈ ਉਹਨਾਂ ਦਾ, ਉਸ ਥਾਂ ਦੇ ਉੱਤੇ ਕੋਈ ਹੋਰ ਵਿਅਕਤੀ ਆ ਕੇ ਅਜਿਹਾ ਵਰਤਾਰਾ ਕਰ ਜਾਵੇ, ਇਹ ਪੋਸੀਬਿਲਿਟੀ ਹੈ ਨਹੀਂ ਸੀ। A demonstration was called on August 4 to protest against police inaction. A call was given to block the Ludhiana-Barnala highway on 8th August. Meanwhile, public opinion started building up against the suspected family. 8 ਅਗਸਤ ਨੂੰ ਤਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਹੀ ਔਰਤਾਂ ਤੇ ਮਰਦ ਕਾਫੀ ਗਿਣਤੀ ਦੇ ਵਿੱਚ ਮਹਿਲ ਕਲਾਂ ਬੱਸ ਸਟੈਂਡ ਦੇ ਉੱਤੇ ਇਕੱਠੇ ਹੋਏ ਤੇ ਸਾਰਾ ਦਿਨ ਹੀ ਜਾਮ ਰਿਹਾ ਉੱਥੇ। ਤੇ ਉਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਵੀ ਕੋਈ ਹਰਕਤ ਦੇ ਵਿੱਚ ਆਇਆ। ਉਦੋਂ ਬਾਅਦ ਇਹਨਾਂ ਨੇ ਪੁਲਿਸ ਨੇ ਇਹਨਾਂ ਵਾਲੇ ਬੰਦੇ ਚੱਕਣੇ ਸ਼ੁਰੂ ਕਰਤੇ ਸੀਗੇ। ਉਦੋਂ ਪਹਿਲਾਂ ਤਾਂ ਮਹਿਲ ਕਲਾਂ 'ਚੋਂ ਮੁੰਡੇ ਚੱਕੀ ਜਾਂਦੇ ਹੁੰਦੇ ਸੀ ਵੀ ਇਹਨਾਂ 'ਚੋਂ ਕੁੜੀ ਨਿਕਲੂਗੀ। ਫਿਰ ਇਹਨਾਂ ਦੀ ਜਦੋਂ ਕਮੇਟੀ ਵਾਲਿਆਂ ਦੀ ਸੂਈ ਉੱਥੇ ਹੀ ਘੁੰਮ ਰਹੀ ਸੀਗੀ ਵੀ ਕੁੜੀ ਤਾਂ ਲਾਲੇ ਕਿਆਂ 'ਚ ਹੀ ਆ। People's resentment against the history sheeter family of Lala, Dilip, Malkeet and Jawahar started growing. ਆਮ ਬੰਦਾ ਪੁਲਿਸ ਤੋਂ ਹੀ ਘਬਰਾਉਂਦਾ ਗਾ। ਪੁਲਿਸ ਨਾਲ ਤਾਂ ਮਤਲਬ ਪੁਲਿਸ ਦੇ ਸਾਥ ਨਾਲ ਇਹਨਾਂ ਦੀ ਇੰਨੀ ਸਾਂਝ ਪੈ ਚੁੱਕੀ ਸੀ, ਉਹਨਾਂ ਦਾ ਮਤਲਬ ਘਰ ਪਰਿਵਾਰ ਵਾਲਾ ਗੱਲ ਹੀ ਲੱਗਦੀ ਸੀ ਵੀ ਪੁਲਿਸ ਨਹੀਂ ਆਉਣਾ, ਆਪਣੇ ਆਹ ਬਾਈਏ ਨਹੀਂ ਫੜਨ ਆਉਣਾ। ਲੋਕ ਇਕੱਠੇ ਹੀ ਇੰਨੇ ਹੋ ਗਏ, ਲੋਕਾਂ ਦਾ ਬਾਲ ਹੀ ਇੰਨਾ ਬਣ ਗਿਆ। ਐਕਸ਼ਨ ਕਮੇਟੀ ਨੂੰ ਜਿਹੜਾ ਸੀਗਾ ਲੋਕਾਂ ਦਾ ਸਹਾਰਾ ਹੀ ਇੰਨਾ ਮਿਲ ਗਿਆ ਵੀ ਇੱਕ ਸਮੇਂ ਦੀ ਬਹੁਤ ਵੱਡੀ ਤਾਕਤ ਬਣ ਗਈ ਐਕਸ਼ਨ ਕਮੇਟੀ ਵੀ, ਜਿਹਦੇ ਮੂਹਰੇ ਇਹਨਾਂ ਦੀ ਫਿਰ ਕੋਈ ਪੇਸ਼ ਨਹੀਂ ਚੱਲ ਸਕੀ। ਤੀਸਰੇ ਦਿਨ ਸਾਡੇ ਕੋਲੇ ਮੈਸੇਜ ਆ ਗਿਆ ਕਿ ਬੱਚੀ ਦਾ ਕੁਝ ਸੁਰਾ ਸਰਾਖ ਉਹਨਾਂ ਨੇ ਲੱਭਿਆ। ਹੋਮਗਾਰਡ ਗਏ ਇੱਥੇ ਲਿਆ ਕੇ ਉਹਨਾਂ ਦੀ ਹਰ ਜਿਹੜੀ ਸੀਗੀ ਜਿੱਥੇ ਕੁੜੀ ਟੋਏ 'ਚ ਦੱਬੀ ਹੋਈ ਸੀ ਉਹਦੇ ਤੇ ਲਾਤੇ ਸੀ ਰਾਤ ਨੂੰ। ਭਿੰਦਰ ਮੂੰਹ ਤੇ ਮੈਂ ਅਸੀਂ ਵੀ ਮਤਲਬ ਉਹ ਕੁਛ ਮਦਦ ਨਾਲ ਕਰਵਾਈ ਟੋਆ ਪੱਟਣ ਦੇ ਵਿੱਚ। ਜਦੋਂ ਤੋਂ ਟੋਆ ਪੱਟਿਆ ਸਿਰੇ ਤੋਂ ਉਦੋਂ ਉਹਦੇ ਉੱਤੇ ਖੱਬਲ ਹਰਾ ਹੋਇਆ ਖੜਾ ਸੀ ਮਾੜਾ ਮਾੜਾ। ਖਾਲ ਦੀ ਵੱਟ ਸੀਗੀ, ਖਾਲ ਦੀ ਵੱਟ ਦੇ ਵਿੱਚ ਉਹ ਦੱਬੀ ਆ ਕੁੜੀ। ਬੜਾ ਹੁਣ ਵੀ ਜਦੋਂ ਕਿਤੇ ਗੱਲ ਮਨ 'ਚ ਆ ਜਾਂਦੀ ਆ ਬਹੁਤ ਗੁੱਸਾ ਆਉਂਦਾ ਇਸ ਗੱਲ ਦਾ ਵੀ ਉਹ ਬੱਚੀ ਨੂੰ ਸਹਿਕਦੀ ਨੂੰ ਦੱਬਿਆ ਗਿਆ। ਐਂ ਗਠੜੀ ਜੀ ਬੰਨ੍ਹ ਕੇ ਉਹ ਰੱਖੀ ਵੀ ਸੀਗੀ, ਜਿਵੇਂ ਆਪਾਂ ਪੰਡ ਜੀ ਨਹੀਂ ਬੰਨ੍ਹ ਦਿੰਦੇ, ਐਂ ਪੰਡ ਜੀ ਬੰਨ੍ਹ ਕੇ ਰੱਖੀ ਵੀ ਸੀ ਉਹਦੀ ਵਿੱਚ। ਤੇ ਕੋਈ ਕੱਪੜਾ ਨਹੀਂ ਸੀ, ਜਾਣੀ ਦੀ ਸੜੇ ਹਾਣ ਮਾਰਦੇ ਸੀ ਬਹੁਤ ਜ਼ਿਆਦਾ। ਜਾਣੀ ਉਹਨੇ ਜੱਦੋ-ਜਹਿਦ ਕਰਦੀ ਨੇ ਜਾਣੀ ਸੌਦਾ ਵੀ ਉਹਨਾਂ ਦੇ ਜਿਹੜੇ ਬਾਲ ਆ ਉਹਨਾਂ ਗੁੰਡਿਆਂ ਦੇ ਨਾਲ ਉਹ ਅੜੀ ਆ ਲੜੀ ਆ। ਤੇ ਜਦੋਂ ਸਾਬਤ ਉਹਦੀ ਮੁੱਠੀ ਤੇ ਬਾਲ ਸੀ ਜਿਹੜੇ ਉਹ 'ਚ ਫਸੇ ਹੋਏ ਸੀਗੇ। ਮੈਂ ਪ੍ਰਧਾਨ ਨੂੰ ਇਹ ਰਾਏ ਦਿੱਤੀ ਸੀ, ਮੈਂ ਆਖਿਆ ਇਹ ਪ੍ਰਧਾਨ ਜੀ ਤੁਸੀਂ ਠੰਡੀ ਹਿਸਾਬ ਨਾਲ ਲੜਾਈ ਲੜਦੇ ਹੋ। ਮੈਂ ਆਖਿਆ ਆਪਾਂ ਨੂੰ ਇਹ ਬਈ ਮੈਨੂੰ ਤਾਂ ਦੁੱਖ 'ਚ ਆਉਂਦਾ ਵੀ ਆਪਾਂ ਇਹਨਾਂ ਦਾ ਊਣਾ ਕੰਮ ਕਰ ਦਈਏ ਕਿਸੇ ਬੰਦੇ ਦਾ। ਇਹੋ ਜਿਹੀਆਂ ਜਥੇਬੰਦੀਆਂ ਨਾ ਹੁੰਦੀਆਂ ਤਾਂ ਇਹ ਸਾਫ਼ ਗੱਲ ਸੀ ਵੀ ਜਿਹੜੇ ਲੋਕਾਂ ਦਾ ਹਜੂਮ ਸੀ, ਜਿੰਨਾ ਗੁੱਸਾ ਸੀ ਵੀ ਲੋਕ ਉੱਥੇ ਕੁਝ ਵੀ ਕਰ ਸਕਦੇ ਸੀ ਉਹਨਾਂ ਦੇ ਨਾਲ। ਉਹ ਕਹਿੰਦਾ ਨਹੀਂ ਇਹ ਕੰਮ ਨਹੀਂ ਆਪਾਂ ਕਰਨਾ, ਆਪਾਂ ਉਹ ਲੋਕਾਂ 'ਚੋਂ ਹੀ ਮਾਰਨਾ। ਅਸੀਂ ਫਿਰ ਇਹਨਾਂ ਦੇ ਮਗਰ ਲਾ ਕੇ ਲੜੇ ਹਾਂ, ਪੂਰਾ ਇਕੱਠ ਕਰਦੇ ਰਹੇ ਹਾਂ। ਜਦੋਂ ਪੋਸਟਮਾਰਟਮ ਕਰਾ ਕੇ ਉੱਥੋਂ ਮੁੜੇ ਵਾਪਸ ਤੇ ਬੁੱਢੇ ਬਾਬੇ ਵੀ ਜਾਣੀ ਇੰਨੇ ਨਾਅਰੇ ਲਾਉਂਦੇ ਸੀਗੇ ਵੀ ਕਹਿੰਦੇ ਸੀ ਇਹਨਾਂ ਦੇ ਘਰਾਂ ਨੂੰ ਅੱਗ ਲਾ ਦਿਓ, ਪਰ ਐਕਸ਼ਨ ਕਮੇਟੀ ਦੇ ਸਮਝ ਦੇ ਕਾਰਨ ਪਰ ਨਹੀਂ, ਇਹਨਾਂ ਦੀ ਸੋਚ ਤੇ ਸਾਰਿਆਂ ਨੂੰ ਖੜਨਾ ਪਿਆ। ਤੇ ਮੰਡੀ ਤੋਂ ਲੈ ਕੇ ਜਿੱਥੋਂ ਤੱਕ ਸਿਵੇ ਸੀ ਸੰਸਕਾਰ ਕਰਨਾ ਸੀ ਕਿਰਨਜੀਤ ਦਾ, ਉੱਥੋਂ ਤੱਕ ਇੰਨੀ ਦੁਨੀਆ ਔਰਤਾਂ ਵੱਧ ਤੋਂ ਵੱਧ। ਮੈਂ ਜਦੋਂ ਇੱਕ ਦੋ ਔਰਤਾਂ ਨੂੰ ਮਿਲਿਆ ਵੀ ਬੇਬੇ ਜੀ ਤੁਸੀਂ
ਇਹ ਗੱਲ ਤੁਹਾਨੂੰ ਕਿਵੇਂ ਲੱਗਦਾ? ਕਹਿੰਦੀ ਭਾਈ ਜਦੋਂ ਕਹਿੰਦੇ ਜਵਾਨ ਧੀ ਨਾਲ ਅਜਿਹਾ ਕਹਿਰ ਵਾਪਰਿਆ ਹੋਵੇ ਘਰੇ ਕਿਵੇਂ ਬੈਠਿਆ ਜਾਂਦਾ? ਆ ਮਤਲਬ ਉਹਨਾਂ ਦੇ ਮਨ ਦੀ ਵੇਦਨਾ ਸੀ। ਉਹ ਮਾਸਟਰ ਦਰਸ਼ਨ ਸਿੰਘ ਦੀ ਵੇਦਨਾ ਨਹੀਂ ਸੀ, ਉਹ ਸਮੁੱਚੀ ਪੰਜਾਬ ਦੀ ਔਰਤ ਦੀ ਵੇਦਨਾ ਨੂੰ ਪੇਸ਼ ਕਰਦੀਆਂ ਸੀ। The people's anger is directed against Chand Singh Chopra, former member of Legislative Assembly belonging to the Marxist Communist Party, for his clandestine help to the suspect family. ਇੱਥੇ ਹੀ ਉਹ ਅਗਲੇ ਦਿਨ ਜਿਹੜੇ ਆਜ਼ਾਦੀ ਦੇ ਪ੍ਰੋਗਰਾਮ ਸੀ ਉਹਨਾਂ ਦੇ ਬਾਈਕਾਟ ਦਾ ਵੀ ਸੱਦਾ ਦਿੱਤਾ ਸੀ ਤੇ ਜਿਹਦੇ ਤਹਿਤ 15 ਅਗਸਤ ਨੂੰ ਬਰਨਾਲਾ ਸ਼ਹਿਰ ਦੇ ਵਿੱਚ ਜਾਂ ਆਲੇ ਦੁਆਲੇ ਇੱਕ ਸ਼ੋਕ ਮਨਾਇਆ ਗਿਆ ਸੀ। ਸ਼ੋਕ ਦਿਵਸ ਮਨਾਇਆ ਸੀ, ਨਾ ਕਿ ਆਜ਼ਾਦੀ ਦਿਵਸ ਮਨਾਇਆ ਗਿਆ ਸੀ। ਸ਼ਹੀਦ ਕਰਮਜੀਤ ਕੌਰ ਦੇ ਸ਼ਰਧਾਂਜਲੀ ਸਮਾਗਮ ਸਮੇਂ ਜੁੜਿਆ ਅੱਜ ਦਾ ਇਕੱਠ ਲੋਕਾਂ ਨੂੰ ਸੱਦਾ ਦਿੰਦਾ ਹੈ ਕਿ ਅਜਿਹੇ ਗੁੰਡੇ ਬਦਮਾਸ਼ ਕਾਤਲ ਤਿੰਨੇ ਪਰਿਵਾਰ ਲਾਲਾ, ਦਲੀਪ ਤੇ ਮਲਕੀਤ ਤਿੰਨੇ ਪਰਿਵਾਰਾਂ ਦਾ ਸਮਾਜਿਕ ਤੌਰ ਤੇ ਪੂਰਨ ਬਾਈਕਾਟ ਕੀਤਾ ਜਾਵੇ। ਕਰਮਜੀਤ ਦੇ ਕਾਤਲਾਂ ਨੂੰ ਫਾਹੇ ਲਾਓ। ਬਲਾਤਕਾਰ, ਕਤਲ ਨੂੰ ਖੁਰਦ-ਬੁਰਦ ਕਰਨ ਅਤੇ ਗੁੰਡੇ ਬਦਮਾਸ਼ ਟੋਲਿਆਂ ਨੂੰ ਬਚਾਉਣ ਵਾਲੇ ਪੁਲਿਸ ਅਧਿਕਾਰੀਆਂ ਨੂੰ ਸਖਤ ਤੋਂ ਸਖਤ ਸਜ਼ਾਵਾਂ ਦਿਵਾਉਣ ਅਤੇ ਉਹਨਾਂ ਉੱਪਰ ਮੁਕੱਦਮੇ ਦਰਜ ਕਰਨ ਦੀ ਮੰਗ ਕਰਦਾ ਹੈ। ਕਰਮਜੀਤ ਦੇ ਕਾਤਲਾਂ ਨੂੰ ਫਾਹੇ ਲਾਓ। ਉਸੇ ਦਿਨ ਹੀ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਵੀ 20 ਅਗਸਤ ਨੂੰ ਹੁੰਦੀ ਹੈ। ਪ੍ਰਸ਼ਾਸਨ ਵੱਲੋਂ ਬਕਾਇਦਾ ਉਸ ਦਿਨ ਜਿਹੜੇ ਟਰੱਕ ਸੀਗੇ ਉਹ ਭੇਜੇ ਗਏ ਸੀਗੇ ਪਿੰਡਾਂ ਦੇ ਵਿੱਚ ਵੀ ਲੋਕ ਆ ਜਿਹੜੇ ਲੌਂਗੋਵਾਲ ਦੀ ਬਰਸੀ ਤੇ ਉੱਥੇ ਪਹੁੰਚਣ।
ਉਹ ਬੈਨਰ ਲੱਗੇ ਹੋਏ ਟਰੱਕ ਸੀ ਜਿਹੜੇ, ਉਹ ਲੋਕ ਉਹਨਾਂ ਦੇ ਵਿੱਚ ਬੈਠ ਕੇ ਲੌਂਗੋਵਾਲ ਨਹੀਂ ਗਏ, ਮਹਿਲ ਕਲਾਂ ਆਏ। ਮੰਗ ਸਾਡੀ ਇਹ ਬਣਦੀ ਹੈ ਵੀ ਜਿਹੜੇ ਉਹ ਸਿਆਸੀ ਲੋਕ ਨੇ ਉਹਨਾਂ ਦੇ ਸਰਪ੍ਰਸਤ ਨੇ, ਸੀਬੀਆਈ ਇਸ ਗੱਲ ਦੀ ਜਾਂਚ ਕਰੇ ਵੀ ਉਹ ਕਿਹੜੇ ਦਿਨੋਂ ਨੰਗੇ ਕਰੇ। ਦੂਜੀ ਮੰਗ ਸਾਡੀ ਇਹ ਬਣਦੀ ਹੈ ਵੀ ਜਿਹੜੇ ਪੁਲਿਸ ਅਧਿਕਾਰੀ ਇਹਦੇ 'ਚ ਸ਼ਾਮਲ ਨੇ, ਇੱਕ ਬਾਈਏ ਨੂੰ ਮੁਅੱਤਲ ਕੀਤਾ, ਦੂਜੇ ਦੀਆਂ ਬਦਲੀਆਂ ਕਰਤੀਆਂ, ਬਦਲੀ ਕਰਨੀ ਕੋਈ ਸਜ਼ਾ ਨਹੀਂ, ਗ੍ਰਿਫਤਾਰ ਕਰਕੇ ਕਬਰ ਲੱਗ ਕੇ ਪਾਇਆ ਵੀ ਕੋਈ ਕੰਮ ਕਰਦੇ ਨੇ ਛੋਟੇ ਭਾਗੀਦਾਰ। ਅਸੀਂ ਇਹ ਕਿਹਾ ਸੀ ਕਿ ਇੱਕ ਕਿਰਨਜੀਤ ਦਾ ਸਵਾਲ ਸਾਡੇ ਸਾਹਮਣੇ ਕੋਈ ਨਹੀਂ ਹੈ, ਸਾਡੇ ਸਾਹਮਣੇ ਸੰਸਾਰ ਦੀਆਂ ਅੱਧ ਮਾਲਕ ਔਰਤਾਂ ਦਾ ਸਵਾਲ ਹੈ, ਜਿਹੜੀਆਂ ਸਾਡੀਆਂ ਔਰਤਾਂ ਸਮਾਜਿਕ ਦਾਅਵੇ, ਆਰਥਿਕ ਦਾਅਵੇ ਔਰ ਧਾਰਮਿਕ ਦਾਅਵੇ ਦਾ ਸ਼ਿਕਾਰ ਨੇ। ਉਹਨਾਂ ਦੇ ਵਿੱਚੋਂ ਇੱਕ ਦਾਅਵਾ ਜਿਹੜਾ ਸੀਗਾ ਸਾਡੀਆਂ ਔਰਤਾਂ ਦੇ ਉੱਤੇ ਗੁੰਡਿਆਂ ਹੱਥੋਂ, ਬਲਾਤਕਾਰੀਆਂ ਹੱਥੋਂ ਜ਼ਬਰ ਦਾ ਸ਼ਿਕਾਰ ਹੋਣ ਦਾ ਸਾਡੇ ਸਾਹਮਣੇ ਆਉਂਦਾ ਰਿਹਾ ਹੈ। ਇਹ ਜਿਹੜੀ ਘਟਨਾ ਹੈ ਤਾਂ ਹੈ ਹੀ ਮੁੱਦਾ ਔਰਤਾਂ ਦਾ। ਗੁੰਡਾਗਰਦੀ ਨੱਥ ਪਾਉਣ ਦੇ ਵਿੱਚ ਮੈਂ ਕਹਿੰਦੀ ਹਾਂ ਔਰਤਾਂ ਨੂੰ ਤਾਂ ਮਰਦਾਂ ਤੋਂ ਵੀ ਮੁੱਢੀ ਬਣਨਾ ਚਾਹੀਦਾ ਹੈ। ਇੰਸਪੈਕਟਰ ਜੈਲ ਸਿੰਘ ਵਾਹੀਆ ਗਾਹਾਂ ਵਿਭਾਗੀ ਪ੍ਰਤਾਪ ਮੁਕੰਮਲ ਕਰਨ ਉਪਰੰਤ ਉਸ ਨੂੰ ਆਰਟ ਨੀਤੀ 11/97 ਤੋਂ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਹੈ। ਲੋਕ ਏਕਤਾ ਜਿੰਦਾਬਾਦ, ਹਾਲੇ ਦੋਨੇ ਐਸਪੀ ਉਹ ਰਹਿੰਦੇ ਨੇ ਜਿਹੜੇ ਸੈਕਟਰਾਂ ਦੇ ਵਿੱਚੋਂ ਹਰੇਕ ਸੈਕਟਰ ਰਿਟਾਇਰ ਹੋ ਗਿਆ, ਕਰਤਾ ਹਰੇ ਸਰਵਿਸ ਦੇ ਵਿੱਚ ਹੈ। ਉਹਨਾਂ ਨੂੰ ਚਾਰ ਸ਼ੀਟ ਸਰਕਾਰ ਕਹਿ ਰਹੀ ਹੈ ਕਿ ਅਸੀਂ ਕਰਤਾ, ਪਰ ਜਿਹਨਾਂ ਤੇ ਸਾਡੇ ਕੋਲ ਇਹ ਜਿਹਾ ਉਹਨਾਂ ਦਾ ਕੋਈ ਪੱਤਰ ਨਹੀਂ ਹੋਣਾ, ਅਸੀਂ ਯਕੀਨ ਨਹੀਂ ਕਰਦੇ। ਉਹਨਾਂ ਨੂੰ ਵੀ ਆਪਾਂ ਨੌਕਰੀ ਤੋਂ ਹੱਥ ਤੋਂ ਰੋਕਿਆ, ਉਹਨਾਂ ਦੇ ਘਰਾਂ ਨੂੰ ਭੇਜਣਾ ਹੈ। ਇਹ ਮਾਸਟਰ ਦੀ ਕੁੜੀ ਨਾ ਹੈ, ਕੱਲ ਨੂੰ ਸਾਡੀਆਂ ਮਜ਼ਦੂਰਾਂ ਦੀਆਂ ਕੁੜੀਆਂ ਤਾਂ ਖੇਤਾਂ 'ਚ ਵੀ ਜਾ ਰਹੀਆਂ, ਪੱਠੇ ਵੀ ਖੋਦ ਕੇ ਲਿਆ ਰਹੀਆਂ, ਬਾਲਣ ਡੱਕਾ ਵੀ ਲਿਆ रही हैं। ਅਸੀਂ ਇਹ ਗੁੰਡਿਆਂ ਦੇ ਖਿਲਾਫ ਤਾਂ ਚੱਲੇ ਸੀ। यहाँ पर जो मजदूर औरतें हैं उनके साथ भी यहाँ के पूंजीपति जो लोग हैं इसी तरह का बर्ताव करते हैं। ऐसे ही बलात्कार कांड तमाम यहाँ पर भी लगातार हो रहे हैं। उसी तरह से जो गांव का संबंध है वो भी जो गरीब वर्ग है उनके साथ उसी तरह की शोषण भी करता है, उनका उत्पीड़न भी करता है। और हमारा चाहे गाँव के लोग हैं उनके साथ भी हमारा एक भाईचारा बनता है, क्योंकि हमें समझते हैं कि हम 30% जो समथिंग मजदूर हैं, यही नहीं इस धक्काशाही के खिलाफ अकेला लड़ने के योग हैं। जब तक हम समूचे लोग अपना एक भाईचारा कायम करके एक प्लेटफार्म बना करके नहीं संघर्ष करेंगे, तब तक हमें इस समाज के अंदर में ना ही कहीं इंसाफ मिल सकता है, ना ही कभी हमारा हक अधिकार मिल सकता है। ਕਿਉਂਕਿ ਇਹਨਾਂ ਸਾਨੂੰ ਆਗੂਆਂ ਦੀ ਅਗਵਾਈ ਤੇ ਭਰੋਸਾ ਸੀ, ਇਹਨਾਂ ਦੀ ਇਮਾਨਦਾਰੀ ਤੇ ਭਰੋਸਾ ਸੀ ਵੀ ਇਹ ਹੱਕ ਸੱਚ ਲਈ ਲੜਨ ਵਾਲੇ ਲੋਕ ਨੇ। ਇਸ ਕਰਕੇ ਅਸੀਂ ਐਂਡ ਤੱਕ ਕਿਰਨਜੀਤ ਕਾਂਡ ਦੇ ਤੱਕ ਇਹਨਾਂ ਨਾਲ ਧੁਰ ਤੱਕ ਸਮੇਤ ਪਰਿਵਾਰਾਂ ਸ਼ਾਮਲ ਹੁੰਦੇ ਰਹੇ ਹਾਂ, ਜਿੱਥੇ ਵੀ ਕੋਈ ਸੱਦਾ ਆਉਂਦਾ ਰਿਹਾ ਜਾਂਦੇ ਰਹੇ ਹਾਂ। ਸਾਨੂੰ ਧਮਕੀਆਂ ਦਿੱਤੀਆਂ ਗਈਆਂ ਉਹਨਾਂ ਵੱਲੋਂ, ਉਹਨਾਂ ਦੇ ਜਿਹੜੇ ਮਤਲਬ ਪਰਿਵਾਰ ਦਾ ਪਹਿਲਾ ਛੱਪਾ ਸੀ, ਉਹਨਾਂ ਨੇ ਉਹ ਜੋ ਕਿ ਦੇਖਿਆ ਬਾਹਰ ਜਿਹੜੇ ਦੂਜੇ ਪਿੰਡਾਂ 'ਚ ਵੀ ਉਹਨਾਂ ਦੇ ਬੈਲੀ ਬਦਮਾਸ਼ ਸੀ, ਉਹਨਾਂ ਵੱਲੋਂ ਅਫਵਾਹਾਂ ਉਡਾ ਕੇ ਧਮਕੀਆਂ ਦਿੱਤੀਆਂ ਗਈਆਂ। ਉਸ ਤੋਂ ਬਾਅਦ ਉਹਨਾਂ ਨੇ ਮਤਲਬ ਲਾਲਚ ਪੈਸੇ ਵਾਲਾ ਵੀ ਮਤਲਬ ਜੋ ਕਿ ਦੇਖਿਆ। ਤੀਜਾ ਉਹਨਾਂ ਨੇ ਇਹ ਦੇਖਿਆ ਵੀ ਉਸ ਤੋਂ ਗਾਹਾਂ ਕੁਛ ਰਿਸ਼ਤੇਦਾਰੀਆਂ ਗਾਹਾਂ ਦੀ ਗਾਹਾਂ ਰਲਦੀਆਂ ਹੁੰਦੀਆਂ ਸਾਡੇ ਨਾਲ, ਉਹਨਾਂ ਦੀਆਂ ਰਿਸ਼ਤੇਦਾਰੀਆਂ ਰਲਦੀਆਂ ਸੀ ਦੂਰੋਂ, ਮਤਲਬ ਉਹ ਦੂਰੀਆਂ ਰਿਸ਼ਤੇਦਾਰੀਆਂ ਰਾਹੀਂ ਵੀ ਉਹਨਾਂ ਨੇ ਮਤਲਬ ਮਿਹਨਤ ਵਾਲੇ ਵਾਲਾ ਜਿਹੜਾ ਪ੍ਰੈਸ਼ਰ ਸੀ ਉਹ ਵੀ ਪਾ ਕੇ ਦੇਖਿਆ। ਕਿਉਂਕਿ ਕਮੇਟੀ ਦੇ ਵਿੱਚ ਕਿਸੇ ਇੱਕ ਵਿਚਾਰਧਾਰਾ ਦੇ ਬੰਦੇ ਤਾਂ ਹੈ ਨਹੀਂ ਸੀ, ਉਹਨਾਂ ਨੇ ਹਰ ਹੀਲਾ ਵਰਤਿਆ ਵੀ ਇਹ ਕਮੇਟੀ ਕਿਸੇ ਵੀ ਹਿਸਾਬ ਦੇ ਨਾਲ ਖਿੰਡ ਪੁਣ ਜੇ। ਕਮੇਟੀ ਦੇ ਬੰਦਿਆਂ ਦੀ ਆਗੂਆਂ ਤੱਕ ਉਹਨਾਂ ਨੇ ਅਪਰੋਚ ਵੀ ਕੀਤੀ ਵੀ ਅਸੀਂ ਠੀਕ ਹੈ, ਇਹ ਮਸਲਾ ਸਾਡੇ ਬੱਚਿਆਂ ਨੇ ਕਰ ਲਿਆ, ਮੁੰਡਿਆਂ ਨੇ ਕਰ ਲਿਆ ਤੇ ਉਹ ਫੜੇ ਗਏ, ਹੁਣ ਕਮੇਟੀ ਦੀ ਕੀ ਲੋੜ ਰਹੇਗੀ। ਸਾਰਾ ਕੁਝ ਜ਼ਬਰ ਹੋਣ ਦੇ ਬਾਵਜੂਦ ਵੀ ਮਾਪਿਓ ਹੁਣ ਵੀ ਇਹ ਗੱਲ ਨੂੰ ਕੋਸ਼ਿਸ਼ ਕਰਦੇ ਆ ਕਿ ਸਾਡੀ ਗੱਲ ਜੇ ਦਬੀ ਜਾਵੇ ਤਾਂ ਚੰਗੀ ਗੱਲ ਹੈ, ਕਿਉਂਕਿ ਧੀ ਦੇ ਰਿਸ਼ਤੇ ਦਾ ਸਵਾਲ ਹੈ, ਧੀ ਦੇ ਭਵਿੱਖ ਦਾ ਸਵਾਲ ਹੈ। ਉਹ ਸਾਨੂੰ ਬਹੁਤ ਸਾਰੇ ਲੋਕਾਂ ਨੇ ਜਦੋਂ ਅਸੀਂ ਸੰਘਰਸ਼ ਲੜ ਰਹੇ ਸੀ ਉਸ ਸਮੇਂ ਵੀ ਇਹ ਸਵਾਲ ਸੋਸਾਇਟੀ ਦੀ ਜਿਹੜੀ ਪਿਛਾਂ ਖਿੱਚੂ ਸੋਚ ਸੀ ਕਿ ਯਾਰ ਇਹ ਕੁੜੀ ਦੀ ਮਿੱਟੀ ਰੋਲੀ ਜਾਂਦੇ ਆ, ਇਹ ਥਾਂ ਥਾਂ ਦੇ ਕੰਧਾਂ ਤੇ ਪੋਸਟਰ ਲਾਈ ਜਾਂਦੇ ਆ, ਸੇਵਾ ਉਹਦਾ ਫਰੋਲੀ ਜਾਂਦੇ ਆ। ਇਸ ਕਿਸਮ ਦੇ ਵਿਚਾਰ ਮੁੱਢਲੀ ਹਾਲਤ ਸਾਨੂੰ ਫੇਸ ਕਰਨੇ ਪਏ ਆ। ਸਾਡੇ ਡਿਪਾਰਟਮੈਂਟਾਂ ਦੇ ਵਿੱਚ ਸ਼ਿਕਾਇਤਾਂ ਕਰਨੀਆਂ ਵੀ ਇਹ ਤੁਰੇ ਫਿਰਦੇ ਰਹਿੰਦੇ ਨੇ, ਪੇਸ਼ੀਆਂ ਤੇ ਵੀ ਆਉਂਦੇ ਨੇ ਤੇ ਸਕੂਲਾਂ ਦੇ ਵਿੱਚ ਵੀ ਹਾਜ਼ਰ ਉਹਨਾਂ ਦੀ ਹਾਜ਼ਰੀ ਛੁੱਟੀ ਨਹੀਂ ਲੈ ਕੇ ਆਉਂਦੇ। ਇਨਕਮ ਟੈਕਸ ਡਿਪਾਰਟਮੈਂਟ ਦੇ ਕੋਲੇ ਸਾਡੀਆਂ ਸ਼ਿਕਾਇਤਾਂ ਕਰ ਰਹੀਆਂ ਵੀ ਇਹ ਇਹਨਾਂ ਕੋਲੇ ਇੰਨਾ ਪੈਸਾ ਇਕੱਠਾ ਹੋਇਆ ਵਾ ਤੇ ਜਿਹਦਾ ਕੋਈ ਹਿਸਾਬ ਕਿਤਾਬ ਨਹੀਂ, ਜਿਹਦਾ ਕੋਈ ਇਹ ਟੈਕਸ ਨਹੀਂ ਪੇ ਕਰ ਰਹੇ। In another incident, an elder member of the accused family, Dalip Singh, was fatally attacked in the Barnala court complex. Action committee members were charged with this murder.
A later police inquiry, conducted due to a public outcry, and eyewitness accounts tell a different story. During inquiry, it was found that Manjeet Singh Dhaner, Prem Kumar, and Narayan Dutt were not present on the spot at the time of the incident. Rest of the accused have been challaned on 22nd March 2001, and that challan is presented to the court on 24th March 2001. Inquiry report, Superintendent Police D. Barnala, 22nd April 2001. On hearing the noise, I reached the spot. I personally know Narayan Dutt, Manjeet Dhaner, and Prem Kumar. None of them was present there. Statement by Head Constable Zora Singh, 9th March 2004. I was on the spot. I separated the hostile parties. The accused Prem Kumar, Narayan Dutt, and Manjeet Singh, present in the court, who are known to me, were not present at the spot of the incident. Statement by Constable Amarjeet Singh, 2nd April 2004. Despite the increasing challenges, the relevance of the movement continued to grow. At many places, people utilized the experience of this movement to raise similar issues. ਇਹਦਾ ਬਾਪ ਦਿਹਾੜੀ ਜਾਂਦਾ, ਮੁੰਡੇ ਵੀ ਦਿਹਾੜੀ ਕਰਦੇ ਨੇ। ਮੈਂ ਡੰਗਰ ਪਸ਼ੂ ਰੱਖ ਲੈਨੇ, ਕੱਖਾਂ ਦਾ ਰੁੱਗ ਲਿਆ ਕੇ ਚੱਲ ਦੁੱਧ ਬਾਅਦ ਚੋ ਕੇ ਵੇਚ ਕੇ ਟਾਈਮ ਕੱਢਦੇ। ਛੋਟੀ ਗੁੱਡੀ ਪੜਨ ਲਾਈ ਤੀ ਵੀ ਚੱਲ ਕੁਛ ਤਰੱਕੀ ਪਾ ਲਾਂਗੇ। ਉਹ ਪੜਨ ਜਾਂਦੀ ਤੀ ਵਿਚਾਰੀ 6ਵੀਂ ਚ, ਉਹਦੇ ਨਾਲ ਬਸ ਇਹੀ ਜੀ ਗੱਲ ਵਾਪਰੀ। ਉਹਨੇ ਘਰ ਆ ਕੇ ਦੱਸਿਆ ਸਾਤੋਂ ਇਹ ਚੱਲ ਨਹੀਂ ਹੋਈ। ਫਿਰ ਅਸੀਂ ਜੀ ਗਰੀਬ ਤੇ ਗਰੀਬਾਂ ਵਾਂਗ ਆਹੀ ਜੀ ਜ਼ਬਾਨੀ ਇਹੋ ਜਿਹਾ ਕਿਹੜਾ ਕੌਣ ਲੱਗਦਾ। ਮੇਰੇ ਵੀਰ ਹੋਣਾ ਕੋਲੇ, ਨਰੱਤ ਹੋਣਾ ਕੋਲੇ, ਗੱਲਬਾਗੀ ਨਰੈਣ ਹੋਣਾ ਕੋਲੇ, ਗੁਰਜੰਟ ਹੋਣਾ ਕੋਲੇ, ਇਹਨਾਂ ਨੇ ਸਾਡੀ ਫਿਰ ਬਹੁਤ ਮਦਦ ਕਰੀ। ਦੁਨੀਆ ਸਾਰਾ ਮਹੱਲਾ ਸਾਡਾ ਉੱਠ ਕੇ ਤੁਰ ਪਿਆ। ਮਹੱਲੇ ਨੇ ਬਹੁਤ ਮਦਦ ਕਰੀ, ਜਿੰਨੀ ਵੀ ਕਹਦੇ ਉਨੀ ਮਦਦ ਕਰੀ। ਹੁਣ ਜੀ ਕਿਸੇ ਕਲਾਸ 'ਚ ਨਹੀਂ ਪੜ੍ਹਦੀ, ਘਰ ਹੀ ਘਰੇ ਬਹਾਲੀ ਜੀ ਜਾਂਦੀ ਨਹੀਂ, ਕਹਿੰਦੀ ਮੇਰੇ ਨਾਲ ਚੱਲਿਆ ਕਰ। ਜ਼ੁਲਮ ਹੋ ਗਿਆ, ਐਡੀ ਜ਼ਿੰਦਗੀ ਹੋ ਗਈ, ਇਹ ਗੱਲ ਕਿਤੇ ਦੇਖੀ ਨਹੀਂ ਤੀ ਹੈਗੀ। ਆਪਾਂ ਬਰਾਬਰੀ ਨਹੀਂ ਕਰ ਸਕਦੇ, ਗਰੀਬ ਹਾਂ ਅਸੀਂ, ਤੁਰੇ ਤਾਂ ਫਿਰਦੇ ਹਾਂ ਜੱਗ ਤੇ, ਪਰ ਕੁਛ ਨਹੀਂ, ਜੀ ਨਹੀਂ ਲੱਗਦਾ। ਤੇ ਸਾਡਾ ਤਾਂ ਘਰ ਦਾ ਬੁਰਾ ਹਾਲ ਹੋ ਗਿਆ, ਮੁੰਦੜਾ ਹਾਲ ਹੋ ਗਿਆ ਘਰ ਦਾ। ਇਹ ਗੱਲ ਜਾਣੀ ਸਾਤੋਂ ਚੱਲ ਹੋ ਹੀ ਨਹੀਂ ਹੈਗੀ। ਪਿੰਕੀ ਕਾਂਡ ਜਦੋਂ ਇੱਥੇ ਵਾਪਰਿਆ ਜੀ, ਕੁਛ ਇੱਥੇ ਬੜੇ ਸੋਸ਼ਲ ਲੋਕ ਸੀ ਜਿਨ੍ਹਾਂ ਨੇ ਉਸ ਬੀਬੀ ਦੀ ਜਿਹੜੀ ਹੈ ਲੋਥ ਹੈਗੀ ਹੈ, ਉਹ ਅਚਨਚੇਤ ਜਦੋਂ ਉਹਨੂੰ ਜਲਾਉਣ ਆਏ ਤਾਂ ਉਹਨਾਂ ਨੂੰ ਜ਼ੋਰ ਜ਼ਰਬੇ ਨਾਲ ਉਹਨੂੰ ਰੋਕਿਆ ਗਿਆ ਤੇ ਉਸ ਨੂੰ ਇੱਥੋਂ ਸਿੱਧਾ ਹਸਪੀਟਲ ਚਲੇ ਜਾ ਕੇ ਉਹਦਾ ਪੋਸਟਮਾਰਟਮ ਜਿਹੜਾ ਹੈਗਾ ਕਰਵਾਇਆ ਗਿਆ। ਤਾਂ ਵਿਚਾਰ ਕਰਕੇ ਇੱਕ ਐਕਸ਼ਨ ਕਮੇਟੀ ਬਣਾਈ ਗਈ। ਇਹ ਅਸੀਂ ਕਿਰਨਜੀਤ ਕਾਂਡ ਤੋਂ ਸਿੱਖੀਆਂ ਸੀ। ਸਾਨੂੰ ਪਤਾ ਸੀ ਕਿ ਜੇ ਤੁਹਾਡੇ ਮਤਲਬ ਘਰਾਂ ਦੇ ਵਿੱਚ, ਤੁਹਾਡੇ ਸ਼ਹਿਰ ਦੇ ਵਿੱਚ ਕੋਈ ਲੜਕੀ ਮਹਿਫੂਜ਼ ਨਹੀਂ ਹੈ ਤਾਂ ਜਾਂ ਉਸ ਨਾਲ ਇਸ ਤਰ੍ਹਾਂ ਦੀ ਘਟਨਾ ਵਾਪਰਦੀ ਹੈ ਤਾਂ ਉਸ ਨੂੰ ਦਬਾਇਆ ਨਾ ਜਾਵੇ। ਉਹਨਾਂ ਨੇ ਜਿਸ ਤਰ੍ਹਾਂ ਐਕਸ਼ਨ ਕਮੇਟੀ ਬਣਾਈ, ਐਕਸ਼ਨ ਕਮੇਟੀ ਨੇ ਜਿਸ ਤਰ੍ਹਾਂ ਕੰਮ ਕੀਤਾ ਉੱਥੇ, ਉਹ ਸਾਰੇ ਅਸੀਂ ਮਤਲਬ ਆਪਣੇ ਤਜਰਬੇ ਦੇ ਵਿੱਚ ਇੱਥੇ ਬਰੇਟਾ ਵਿਖੇ ਲਾਗੂ ਕੀਤੇ। ਉਹਨਾਂ ਨੇ ਸਾਡੀਆਂ ਜਿਹੜੀਆਂ ਰੈਲੀਆਂ ਉਹਨਾਂ ਨੂੰ ਸੰਬੋਧਨ ਕੀਤਾ। ਉਹਨਾਂ ਨੇ ਸੰਬੋਧਨ ਦੇ ਦੌਰਾਨ ਸਾਨੂੰ ਬਹੁਤ ਅਹਿਮ ਗੱਲਾਂ ਇਸ ਬਾਰੇ ਦੱਸੀਆਂ, ਐਕਸ਼ਨ ਕਮੇਟੀ ਦੇ ਜਿਹੜੀਆਂ ਅੱਗੇ ਚੱਲ ਕੇ ਕੰਮ ਆਈਆਂ ਵੀ। ਉਹਨਾਂ ਨੇ ਦੱਸਿਆ ਕਿ ਤੁਹਾਨੂੰ ਜਿਸ ਟਾਈਮ ਤੁਸੀਂ ਆਪਣਾ ਐਕਸ਼ਨ ਲੈ ਕੇ ਚੱਲੋਗੇ ਤੁਹਾਨੂੰ ਬਹੁਤ ਹੀ ਵਧੀਆ ਲੁਭਾਵਣੇ ਲਾਲਚ ਦਿੱਤੇ ਜਾ ਸਕਦੇ ਆ। ਤੁਹਾਨੂੰ ਝੂਠੀਆਂ ਗੱਲਾਂ ਜਾਂ ਝੂਠੇ ਮਤਲਬ ਹੋਰ ਮਾਮਲਿਆਂ ਦੇ ਵਿੱਚ ਫਸਾਇਆ ਜਾ ਸਕਦਾ ਹੈ ਤੇ ਸਭ ਤੋਂ ਵੱਡੀ ਘਿਨਾਉਣੀ ਹਰਕਤ ਇਹ ਹੋ ਸਕਦੀ ਹੈ ਕਿ ਤੁਹਾਡੀ ਐਕਸ਼ਨ ਕਮੇਟੀ ਦੇ ਮੈਂਬਰਸ ਨੂੰ ਆਪਸ ਦੇ ਵਿੱਚ ਪਾੜਿਆ ਜਾ ਸਕਦਾ ਹੈ। ਔਰਤਾਂ ਦੀ ਇਨਸਿਕਿਉਰਿਟੀ ਤਾਂ ਹੈ ਹੀ ਆ, ਕਿਤੇ ਵੀ ਚਲੇ ਜਾਓ, ਥਰੂ ਆਊਟ ਇੰਡੀਆ ਚਲੇ ਜਾਓ, ਇਨਸਿਕਿਉਰਿਟੀ ਆਪਦੀ ਥਾਂ ਤੇ ਹੈਗੀ ਆ। ਜੇ ਆਪਾਂ ਕਹਿ ਦਈਏ ਵੀ ਹੁਣ ਅਸੀਂ ਸਿਕਿਉਰ ਹਾਂ, ਪੜ੍ਹ ਲਿਖ ਗਈਆਂ, ਜਾਂ ਵੀ ਸਾਰਾ ਮਤਲਬ ਪੋਲੀਟੀਕਲ ਸਿਸਟਮ ਸਾਡਾ ਇਹੋ ਜਿਹਾ ਵਧੀਆ ਬਣ ਗਿਆ ਵੀ ਅਸੀਂ ਸਿਕਿਉਰ ਹੋ ਗਏ, ਉਹੋ ਜਿਹਾ ਕੁਛ ਨਹੀਂ ਹੋਇਆ। ਔਰਤ ਇਨਸਿਕਿਉਰ ਸੀ ਤੇ ਹੁਣ ਵੀ ਇਨਸਿਕਿਉਰ ਹੀ ਹੈ। ਹਲੇ ਤੱਕ ਵੀ ਕਈ ਪੇਰੈਂਟਸ ਦੇ ਮਨਾਂ ਦੇ ਵਿੱਚ ਇਹ ਡਰ ਆ, ਕਿਉਂਕਿ ਅਸੀਂ ਜਦੋਂ ਐਡਮਿਸ਼ਨ ਟਾਈਮ ਘਰੇ ਜਾਂਦੇ ਹਾਂ ਲੋਕਾਂ ਦੇ ਬੱਚਿਆਂ ਦੀ ਐਡਮਿਸ਼ਨ ਕਰਾਉਣ ਵਾਸਤੇ, ਤੇ ਉਹ ਇਹੀ ਕਹਿੰਦੇ ਆ ਵੀ ਕਿਰਨਜੀਤ ਵਾਲੀ ਘਟਨਾ ਤੋਂ ਬਾਅਦ ਵੀ ਸਾਡਾ ਦਿਲ ਨਹੀਂ ਕਰਦਾ ਬੱਚੇ ਨੂੰ ਸਕੂਲ ਭੇਜਣ ਲਈ। ਕਿਰਨਜੀਤ ਦੇ ਕੇਸ ਤੋਂ ਲੈ ਕੇ ਜਿਹੜੀਆਂ ਵੀ ਗੱਲਾਂ ਹੋਈਆਂ ਨੇ ਜਾਂ ਉਸ ਤੋਂ ਬਾਅਦ ਜੋ ਵੀ ਗੱਲ ਹੁੰਦੀ ਹੈ ਇੱਦਾਂ ਦੀ ਕਿਰਨਜੀਤ ਦੇ ਨਾਲ ਸੰਬੰਧਿਤ ਕਿ ਕੋਈ ਵੀ
ਰੇਪ ਬਾਰੇ ਹੁੰਦੀ ਆ ਜਾਂ ਹੋਰ ਵੀ ਕੁਝ, ਤੇ ਅਸੀਂ ਸਾਰੀ ਗੱਲ ਆਪਣੇ ਪੇਰੈਂਟਸ ਨਾਲ ਸ਼ੇਅਰ ਕਰਦੇ ਹਾਂ। ਜਿਵੇਂ ਅਸੀਂ ਸਕੂਲ ਜਾਂਦੇ ਹੋਏ ਜਾਂ ਕਾਲਜ ਜਾਂਦੇ ਹੋਏ ਦੇਖੀਏ ਤਾਂ ਰਾਹ ਦੇ ਵਿੱਚ ਬਹੁਤ ਜ਼ਿਆਦਾ ਮੁੰਡੇ ਕੁੜੀਆਂ ਨੂੰ ਛੇੜਦੇ ਜਾਂਦੇ ਨੇ, ਲੇਕਿਨ ਉਹ ਕੁੜੀਆਂ ਕਿਤੇ ਵੀ ਘਰੇ ਆ ਕੇ ਨਹੀਂ ਦੱਸਣਗੀਆਂ ਵੀ ਉਹਨਾਂ ਨਾਲ ਕੀ ਹੋਇਆ। ਕਿਉਂ ਨਹੀਂ ਦੱਸਦੀਆਂ? ਕਿਉਂਕਿ ਉਹਨਾਂ ਨੂੰ ਚੁੱਪ ਕਰਨ ਲਈ ਕਿਹਾ ਜਾਂਦਾ। ਕਿਰਨਜੀਤ ਦੇ ਕੇਸ ਤੋਂ ਪਹਿਲਾਂ ਸਾਡੇ 'ਚ ਵੀ ਹਿੰਮਤ ਨਹੀਂ ਸੀ ਕਿ ਅਸੀਂ ਕੋਈ ਗੱਲ ਕਰ ਸਕਦੇ ਹਾਂ। ਜਦੋਂ ਤੇ ਕਿਰਨਜੀਤ ਵਾਲਾ ਕਾਂਡ ਹੋਇਆ ਅਸੀਂ ਆਪਣੇ ਪੇਰੈਂਟਸ ਨਾਲ ਸਾਰੀ ਗੱਲ ਕਰਦੇ ਹਾਂ। ਇਸ ਸੰਘਰਸ਼ ਨੇ ਔਰਤ ਨੂੰ ਬੋਲਣ ਦੀ ਸ਼ਕਤੀ ਦਿੱਤੀ। ਜੋ ਔਰਤਾਂ, ਜੋ ਕੁੜੀਆਂ ਜੋ ਪਹਿਲਾਂ ਨਹੀਂ ਘਰੇ ਆ ਕੇ ਗੱਲ ਕਰਦੀਆਂ ਸਨ, ਉਹ ਅੱਜ ਕਰ ਰਹੀਆਂ ਹਨ, ਤੇ ਉਹਨਾਂ ਦੇ ਮਾਂ-ਬਾਪ ਨੂੰ ਵੀ ਇਸ ਸੰਘਰਸ਼ ਤੋਂ ਇਹ ਸਿੱਖਿਆ ਮਿਲੀ ਕਿ ਉਹ ਆਪਣੀਆਂ ਕੁੜੀਆਂ, ਆਪਣੀਆਂ ਧੀਆਂ ਦੀਆਂ ਸਮੱਸਿਆਵਾਂ ਨੂੰ ਸੁਣ ਰਹੇ ਹਨ। ਜਿਵੇਂ ਕਈ ਸੋਚ ਲਓ ਕਿ ਮੈਨੂੰ ਕੋਈ ਡਰ ਹੋਊਗਾ ਕਿ ਮੈਂ ਤੁਹਾਡੇ ਨਾਲ ਕੋਈ ਗੱਲ ਸ਼ੇਅਰ ਨਹੀਂ ਸੀ ਕਰ ਸਕਦੀ, ਜਾਂ ਕਿਸੇ ਵੀ ਹੋਰ ਕੁੜੀਆਂ ਨਾਲ ਤੁਸੀਂ ਗੱਲ ਕਰੋਗੇ ਸ਼ਾਇਦ ਉਹ ਸਾਰੀ ਗੱਲ ਤੁਹਾਡੇ ਨਾਲ ਸ਼ੇਅਰ ਨਹੀਂ ਕਰ ਸਕੂਗੀ। ਵੀ ਜੇ ਕਿਰਨਜੀਤ ਦਾ ਹੋਇਆ ਠੀਕ ਹੈ, ਵਧੀਆ ਹੋਇਆ ਵੀ ਇੱਥੋਂ ਮਤਲਬ ਉਹਨਾਂ ਨੂੰ ਸਜ਼ਾ ਮਿਲ ਗਈ ਜਾਂ ਕੁਝ ਵੀ ਹੋਇਆ, ਪਰ ਜਿਹੜੀ ਉਹ ਬੱਚੀ ਤਾਂ ਵਾਪਸ ਨਹੀਂ ਨਾ ਆਈ। ਉਹਦੇ ਪੇਰੈਂਟਸ ਨੂੰ ਪੁੱਛੋ, ਉਹਨੂੰ ਪੁੱਛੋ ਉਹਨਾਂ ਨੂੰ ਜਾ ਕੇ ਵੀ ਉਹਨਾਂ ਨੂੰ ਜਿਹੜੀ ਤਕਲੀਫ ਹੋਈ ਆ, ਜੋ ਝੱਲਣਾ ਪਿਆ, ਉਹਦੇ ਬਾਰੇ ਸੋਚਿਆ ਕਦੇ ਕਿਸੇ ਨੇ? ਚੱਲਣ ਵਾਲੀ ਚੀਜ਼ ਹੈਗੀ, ਤੁਸੀਂ ਆਪੇ ਸਿਆਣਾ। ਉਹ ਤਾਂ ਜਦੋਂ ਸਕੂਲ ਲੱਗਦੇ ਉਦੋਂ ਵੀ ਯਾਦ ਆਉਂਦੀ ਹੈ, ਜਦ ਛੁੱਟੀਆਂ ਮਿਲਦੀਆਂ ਨੇ ਉਦੋਂ ਵੀ ਯਾਦ ਆਉਂਦੀ ਹੈ ਵੀ ਸਾਡੀ ਨੂੰ ਅੱਜ ਮਿਲਦੀਆਂ। ਕੋਈ ਦਿਨ ਤਿਉਹਾਰ ਮਨਾਉਂਦਾ ਵੀ ਯਾਦ ਆਉਂਦੀ ਹੈ ਵੀ ਅੱਜ ਸਾਡੀ ਹੁੰਦੀ। ਇਹ ਕੁਛ ਲੋਕਾਂ ਦੀ ਸ਼ਕਤੀ ਨਾਲ ਹੀ ਬਣ ਗਿਆ, ਜਿਹੜਾ ਕੁਛ ਬਣਨਾ ਸੀ ਨਹੀਂ ਅਸੀਂ ਤਾਂ ਕਿਤੇ ਪਾਣੀ ਹਾਰ ਸੀ। ਬਾਕੀ ਮਹਿਲ ਕਲਾਂ ਹੁਣ ਬਿਲਕੁਲ ਸੁਧਰਿਆ ਹੋਇਆ। ਮੇਨ ਚੀਜ਼ ਤਾਂ ਇਹ ਦੇਖਣ ਵਾਲੀ ਹੈ ਨਾ ਵੀ ਬਾਕੀ ਸਭ ਕੁਝ ਠੀਕ ਠਾਕ ਚੱਲ ਰਿਹਾ। ਜਿਸ ਟਾਈਮ ਸਾਡੇ ਵਰੇਟੇ ਇਹ ਹੋਇਆ ਕਾਂਡ, ਤੇ ਉਸ ਸਮੇਂ ਚੁੱਲ੍ਹੇ ਉੱਤੇ ਰੋਟੀ ਪਕਾਉਣ ਵਾਲੀਆਂ ਘਰਾਂ ਦੀਆਂ ਔਰਤਾਂ ਵੀ ਸਾਨੂੰ ਇਹ ਕਹਿੰਦੀਆਂ ਸੀ ਕਿ ਇਹਨਾਂ ਦੁਰਿੰਦਿਆਂ ਨੂੰ ਸਜ਼ਾ ਦਵਾ ਕੇ ਹਟਣੀ ਹੈ। ਉਸ ਵਕਤ ਅਸੀਂ ਉਹਨਾਂ ਨਾਲ ਇਹੀ ਗੱਲਾਂ ਸਾਂਝੀਆਂ ਵੀ ਕਰਦੇ ਸੀ ਕਿ ਨਹੀਂ, ਤੁਸੀਂ ਵੀ ਜਾਗੋ, ਤੁਸੀਂ ਸਾਡੇ ਨਾਲ ਚੱਲੋ, ਤੁਸੀਂ ਸਾਡੀ ਮਦਦ ਕਰੋ, ਜਿੱਥੇ ਕੋਈ ਇਸ ਤਰ੍ਹਾਂ ਦੀ ਚੀਜ਼ ਹੁੰਦੀ ਹੈ ਆਪਾਂ ਰਲ ਮਿਲ ਕੇ ਇਹਨੂੰ ਨਜਿੱਠਾਂਗੇ। ਇੱਕ ਪਿੰਡ ਖੇੜੀ ਦੀ ਗੱਲ ਹੈ, ਅਸੀਂ ਗਏ ਉੱਥੇ ਜਾ ਕੇ ਗੱਲ ਰੱਖੀ। ਈਵਨ ਉੱਥੋਂ ਜਦੋਂ ਅਸੀਂ ਵਾਪਸ ਆਉਣ ਲੱਗੇ, ਰੈਲੀ ਖਤਮ ਹੋ ਗਈ, ਤਾਂ ਉਹਨਾਂ ਔਰਤਾਂ ਨੇ ਮੈਨੂੰ ਰੋਕ ਕੇ ਕਿਹਾ ਕਿ ਵੀਰ ਜੀ ਤੁਸੀਂ ਜਾਣਾ ਨਹੀਂ ਹੈ। ਮੇਰੇ ਦਿਮਾਗ 'ਚ ਕੁਐਸਚਨ ਉੱਭਰਿਆ ਕਿ ਮੈਨੂੰ ਕੀ ਕਹਿਣਗੀਆਂ, ਇਹ ਕੋਈ ਗੱਲ ਪੁੱਛਣਗੀਆਂ। ਉਹ ਕਹਿੰਦੇ ਵੀ ਤੁਸੀਂ ਤੁਰ ਕੇ ਚਲੋ ਸਾਡੇ ਘਰਾਂ ਦੇ ਅੱਗੇ ਦੀ। ਉਹ 40 ਘਰ, ਉਸ ਮੈਨੂੰ ਤੁਰ ਕੇ ਕਿਸੇ ਨੇ ਮੇਰੇ ਆਪਦੇ ਘਰ ਦੇ ਵਿੱਚੋਂ, ਆਪਦੀ ਕਿਰਤ ਦੇ ਵਿੱਚੋਂ ਸੱਚੀ ਸੁੱਚੀ 2 ਰੁਪਏ ਦਿੱਤੇ, ਕਿਸੇ ਨੇ 5 ਰੁਪਏ ਦਿੱਤੇ। ਉਹਨਾਂ 40 ਦੇ 40 ਘਰਾਂ ਨੇ ਮੈਨੂੰ ਇਹ ਕਿਹਾ ਵੀ ਆਹ ਸਾਡਾ ਫੰਡ ਦਾ ਹਿੱਸਾ, ਅਸੀਂ ਉੱਥੇ ਆ ਸਕੀਏ ਨਾ ਸਕੀਏ, ਅਸੀਂ ਆਉਂਦੇ ਵੀ ਆਵਾਂਗੇ ਵੀ, ਪਰ ਆਹ ਸਾਡਾ ਹਿੱਸਾ ਜਿਹੜਾ ਤੁਸੀਂ ਲੈ ਕੇ ਜਾਣਾ ਹੈ। ਇਹ ਹੈ ਕਿ ਉਸ ਸਮੇਂ ਦੀ ਜਿਹੜੀ ਪਹਿਲਾਂ ਲੋਕਾਂ ਨੂੰ ਐਂ ਲੱਗਦਾ ਸੀ ਕਿ ਸਿਵੇ ਫਰੋਲਦੇ ਹੋ, ਐਂ ਲੱਗਦਾ ਸੀ ਕਿ ਐਵੇਂ ਤੁਸੀਂ ਕੁੜੀ ਦੀ ਉਸ ਦਾ ਮਸਲਾ ਖਿੱਚੀ ਫਿਰਦੇ ਹੋ, ਕੱਲ ਨੂੰ ਧੀਆਂ ਦੇ ਰਿਸ਼ਤੇ ਨਹੀਂ ਹੋਣੇ, ਦਰਸ਼ਨ ਦਾ ਘਰ ਉੱਜੜ ਜਾਊਗਾ। ਗੁੰਡਿਆਂ ਦਾ ਚੈਲੰਜ ਬੜਾ ਵੱਡਾ ਹੈ। ਅਸੀਂ ਕਿਹਾ ਸੀ ਕਿ ਗੁੰਡਿਆਂ ਦਾ ਚੈਲੰਜ ਜ਼ਰੂਰ ਵੱਡਾ ਹੈ, ਸਾਨੂੰ ਵੀ ਪਤਾ ਹੈ, ਪਰ ਇਸ ਚੈਲੰਜ ਦਾ ਟਾਕਰਾ ਕਰਨ ਦੇ ਲਈ ਸਾਨੂੰ ਲੋਕ ਲਹਿਰ ਦੀ ਉਸਾਰੀ ਕਰਨੀ ਪੈਣੀ ਹੈ। ਸਾਨੂੰ ਲੋਕਾਂ ਨੂੰ ਸੰਘਰਸ਼ਾਂ ਦੇ ਰਾਹਾਂ ਤੇ ਤੋਰਨਾ ਪੈਣਾ ਹੈ। ਔਰ ਇੱਕ ਗੱਲ ਕਿ ਸਾਨੂੰ ਹਾਲੇ ਤੱਕ ਔਰਤਾਂ ਦੀ ਸ਼ਮੂਲੀਅਤ ਤਾਂ ਮਿਲ ਗਈ ਹੈ, ਔਰ ਭਵਿੱਖ ਦੇ ਵਿੱਚ ਮੈਂ ਕਹਾਂਗਾ ਕਿ ਔਰਤਾਂ ਨੂੰ ਇੱਥੇ ਤੱਕ ਹੀ ਸੀਮਿਤ ਨਹੀਂ ਰਹਿਣਾ ਚਾਹੀਦਾ, ਸਗੋਂ ਔਰਤਾਂ ਨੂੰ ਅਗਵਾਈ ਕਰਨ ਦੇ ਲਈ ਵੀ ਅੱਗੇ ਆਉਣਾ ਚਾਹੀਦਾ ਹੈ। ਫਿਰ ਹੀ ਇਸ ਜ਼ੁਲਮ ਨੂੰ, ਉਹ ਜਿਹੜੇ ਤਿੰਨੇ ਦਾਬੇ ਹੈ, ਸਮਾਜਿਕ ਦਾਬਾ, ਆਰਥਿਕ ਦਾਬਾ ਔਰ ਧਾਰਮਿਕ ਦਾਬਾ, ਉਹਨਾਂ ਦਾਬਿਆਂ ਤੋਂ ਇਹਨਾਂ ਤੋਂ ਜਿਹੜਾ ਮੁਕਤ ਕੀਤਾ ਜਾ ਸਕਦਾ ਹੈ। ਜਿਹੜਾ ਸਾਡਾ ਸਮਾਜ ਹੈ, ਅਸੀਂ ਤਾਂ ਮੰਨਦੇ ਹਾਂ ਮਰਦ ਪ੍ਰਧਾਨ ਸਮਾਜ ਹੈ। ਜਿਹੜੇ ਮਰਦਾਂ ਨਾਲ ਬਾਪ ਤੋਂ ਲੈ ਕੇ ਬੇਟੇ ਤੱਕ ਜਿਹੜਾ ਸਾਡਾ ਸੰਬੰਧ ਆ ਜਿਨ੍ਹਾਂ ਮਰਦਾਂ ਨਾਲ, ਉਹਨਾਂ ਦੀ ਸੋਚ ਨੂੰ ਤਾਂ ਬਦਲਣ ਦੀ ਕੋਸ਼ਿਸ਼ ਕਰੀਏ ਨਾ। ਉਹਨਾਂ ਨੂੰ ਤਾਂ ਦੱਸੀਏ ਵੀ ਔਰਤ ਕੀ ਹੈ, ਉਹਦੀ ਇੱਜ਼ਤ ਕੀ ਹੈ, ਦੂਸਰੀ ਦੀ ਇੱਜ਼ਤ ਕਿਵੇਂ ਕਰਨੀ ਆ। ਕਿਵੇਂ ਇਹ ਵੀ ਘਰ ਦੀ ਚਾਰ ਦੀਵਾਰੀ ਚੋਂ ਨਿਕਲ ਕੇ ਸੰਘਰਸ਼ਾਂ ਦੇ ਮੈਦਾਨ ਦੇ ਵਿੱਚ ਚੱਲਣ, ਇਹ ਵੀ ਇੱਕ ਬਹੁਤ ਵੱਡਾ ਕੰਸਰਨ ਹੈ। ਬਰਨਾਲਾ ਦੇ ਕਸਬਾ ਮਹਿਲ ਕਲਾਂ ਦੇ ਇੱਕ ਚਰਚਿਤ ਦਲੀਪ ਸਿੰਘ ਕਤਲकांड ਵਿੱਚ 7 ਵਿਅਕਤੀਆਂ ਨੂੰ ਉਮਰ ਕੈਦ ਅਤੇ ਜੁਰਮਾਨੇ ਦੀ ਸਜ਼ਾ ਸੁਣਾਈ ਗਈ। ਇਹਨਾਂ ਵਿੱਚ ਕੁਝ ਉਹ ਵੀ ਮੈਂਬਰ ਹਨ ਜਿਨ੍ਹਾਂ ਨੇ ਇੱਕ ਵਿਦਿਆਰਥਣ ਦੇ ਬਲਾਤਕਾਰ ਅਤੇ ਕਤਲ ਤੋਂ ਬਾਅਦ ਦੋਸ਼ੀਆਂ ਖਿਲਾਫ ਐਕਸ਼ਨ ਕਮੇਟੀ ਬਣਾਈ ਸੀ। ਇਹ ਮਾਮਲਾ ਅਜੇ ਮਾਨਯੋਗ ਅਦਾਲਤ ਵਿੱਚ ਵਿਚਾਰਾਧੀਨ ਹੈ। ਇੱਕ ਰਿਪੋਰਟ। ਕਸਬਾ ਮਹਿਲ ਕਲਾਂ ਦੀ 12ਵੀਂ ਕਲਾਸ ਦੀ ਵਿਦਿਆਰਥਣ ਕਿਰਨਜੀਤ ਕੌਰ ਨੂੰ ਦਲੀਪ ਸਿੰਘ ਦੇ ਲੜਕੇ ਪੋਤਰੇ ਤੇ ਭਤੀਜੇ ਨੇ ਸਕੂਲ ਦੇ ਰਾਹ ਵਿੱਚੋਂ ਘੇਰ ਕੇ ਚੁੱਕ ਲਿਆ ਅਤੇ ਉਸ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਣ ਤੋਂ ਬਾਅਦ ਮਾਰ ਕੇ ਆਪਣੇ ਹੀ ਖੇਤਾਂ ਵਿੱਚ ਦੱਬ ਦਿੱਤਾ ਸੀ।
ਇਸ ਸੰਬੰਧ ਵਿੱਚ ਦਲੀਪ ਸਿੰਘ ਆਪਣੇ ਸਾਥੀਆਂ ਸਮੇਤ ਬਰਨਾਲਾ ਦੀ ਅਦਾਲਤ 'ਚ ਪੇਸ਼ੀ ਭੁਗਤਣ ਆਇਆ ਸੀ। ਇਸ ਦੌਰਾਨ ਪੁਰਾਣੀ ਰੰਜਿਸ਼ ਕਰਕੇ ਕੁਝ ਲੋਕਾਂ ਨੇ ਕਰੀਬ 4 ਸਾਲ ਪਹਿਲਾਂ ਉਸ ਦਾ ਕੋਰਟ ਪ੍ਰੈਸ਼ਰ ਵਿੱਚ ਕਤਲ ਕਰ ਦਿੱਤਾ ਸੀ। ਇਸ ਸੰਬੰਧ ਵਿੱਚ ਇਹਨਾਂ 7 ਵਿਅਕਤੀਆਂ ਨੂੰ ਦੋਸ਼ੀ ਕਰਾਰ ਦਿੰਦਿਆਂ ਹੋਇਆਂ ਕੋਰਟ ਨੇ ਉਮਰ ਕੈਦ ਅਤੇ ਜੁਰਮਾਨੇ ਦੀ ਸਜ਼ਾ ਸੁਣਾਈ। ਦਲੀਪ ਸਿੰਘ ਦੇ ਕਤਲ ਵਿੱਚ ਨਾਮਜ਼ਦ ਕੀਤੇ ਗਏ ਲੋਕਾਂ ਵਿੱਚੋਂ 3 ਲੋਕ ਉਹ ਵੀ ਸ਼ਾਮਲ ਕੀਤੇ ਗਏ ਜਿਹੜੇ ਕਿਰਨਜੀਤ ਕੌਰ ਦੇ ਕਤਲ ਮਾਮਲੇ ਵਿੱਚ ਬਣਾਈ ਗਈ ਐਕਸ਼ਨ ਕਮੇਟੀ ਵਿੱਚ ਸ਼ਾਮਲ ਸਨ। ਬਾਕੀ ਦੇ ਐਕਸ਼ਨ ਕਮੇਟੀ ਮੈਂਬਰਾਂ ਨੇ ਇਸ ਮਾਮਲੇ ਨੂੰ ਹਾਈ ਕੋਰਟ ਲਿਜਾਣ ਦੀ ਗੱਲ ਕਹੀ ਹੈ। ਇਹਨਾਂ ਲੋਕਾਂ ਦਾ ਕਹਿਣਾ ਹੈ ਕਿ ਪੁਲਿਸ ਨੇ ਕਿਰਨਜੀਤ ਕੌਰ ਦਾ ਕੇਸ ਕਮਜ਼ੋਰ ਕਰਨ ਲਈ ਐਕਸ਼ਨ ਕਮੇਟੀ ਦੇ 3 ਮੈਂਬਰਾਂ ਦਾ ਨਾਂ ਵੀ ਦਲੀਪ ਸਿੰਘ ਕਤਲ ਕਾਂਡ ਵਿੱਚ ਜੋੜ ਦਿੱਤਾ ਹੈ। ਫੋਕਸ ਲਈ ਬਰਨਾਲਾ ਤੋਂ ਆਸ਼ੀਸ਼ ਪਾਲਕੋ। ਹੁਣ ਨਾਨਕ ਨੇ ਮੁੜ ਕੇ ਨਨਕਾਰ ਆਉਣਾ ਨੀ ਗੋਬਿੰਦ ਨੇ। A campaign to secure the release of the leaders began. ਹੁਣ ਨਾਨਕ ਨੇ ਮੁੜ ਕੇ ਨਨਕਾਰ ਆਉਣਾ ਨੀ ਗੋਬਿੰਦ ਨੇ ਪਟਨੇ ਤੇ ਮੁੜ ਤੇਰਾ ਪਾਉਣਾ ਨੀ। ਹੁਣ ਕਿਸ ਨੂੰ ਅੜੀ ਕਰ ਹੈ ਉਠੋ ਬਲ ਤਾਰੋਏ ਤੁਸੀਂ ਆਖੇ ਕਿਰਤਾਂ ਦੇ ਹਿੰਮਤ ਨਾ ਹਾਰੋਏ ਹਿੰਮਤ ਨਾ ਹਾਰੋਏ। ਰਾਜ ਭਾਗ ਦੀ ਇਹਨਾਂ ਬਲਾਤਕਾਰੀਆਂ ਨੂੰ ਗੁੰਡਾ ਟੋਲਿਆਂ ਨੂੰ ਛਤਰਛਾਇਆ ਮੁਹੱਈਆ ਕੀਤੀ ਜਾਂਦੀ ਆ। ਦਿੱਲੀ ਗੁਜਰਾਤ ਇਹਦੀ ਉਦਾਹਰਨ ਹੈ, ਨਾਗਾਲੈਂਡ ਇਹਦੀ ਉਦਾਹਰਨ ਹੈ, ਕਰਨਜੀਤ ਕਤਲ ਕਾਂਡ ਇਹਦੀ ਉਦਾਹਰਨ ਹੈ। ਉਸ ਤੋਂ ਬਾਅਦ ਚ ਜਿਵੇਂ ਸਾਡੇ ਇਹ ਆਗੂ ਜਿਹਨਾਂ ਚ ਡੱਕੇ ਨੇ ਇਹ ਗੱਲ ਇਹ ਦੀ ਉਦਾਹਰਨ ਹੈ। ਸਾਡੇ ਸਾਹਮਣੇ ਇੱਕ ਸਵਾਲ ਇਹ ਵੀ ਹੈ ਕਿ ਇਸ ਧਰਤੀ ਤੇ ਇਹ ਕਾਂਡ ਵਾਪਰਨ ਨੂੰ ਹਟਣਗੇ ਕਿਵੇਂ? ਜਦੋਂ ਸਾਡੀ ਸਮੁੱਚੀ ਔਰਤ ਜਾਤ ਇਕੱਠੀ ਹੋ ਕੇ ਇਸ ਗੱਲ ਦੇ ਖਿਲਾਫ ਲੜਾਈ ਨਹੀਂ ਵਿੱਢੂਗੀ ਉਹਨਾਂ ਚਿਰ ਸਾਡੀਆਂ ਬੇਟੀਆਂ ਦੇ ਨਾਲ ਇਹ ਧੱਕੇ ਧੋੜੇ ਹੁੰਦੇ ਰਹਿਣਗੇ ਤੇ ਇਕੱਲੇ ਮਰਦ ਇਸ ਗੱਲ ਤੇ ਲੜਾਈ ਵਿੱਢਣ ਇਹ ਸਾਡੇ ਲਈ ਵੀ ਔਰਤਾਂ ਵਾਸਤੇ ਬਹੁਤ ਸ਼ਰਮ ਦੀ ਗੱਲ ਹੈ। ਸਾਰੀਆਂ ਔਰਤ ਭੈਣਾਂ ਨੂੰ ਇਕੱਠੇ ਹੋ ਕੇ ਇਹ ਵੀਰਾਂ ਦੇ ਨਾਲ ਮੋਢਾ ਢਾ ਕੇ ਇਸ ਸੰਘਰਸ਼ ਦੇ ਵਿੱਚ ਚੱਲਣਾ ਚਾਹੀਦਾ। ਤੁਸੀਂ ਇਹ ਨਾ ਡਰਿਓ, ਅਸੀਂ ਇਕੱਲੇ ਆ, ਤੁਹਾਡੇ ਵਾਂਗ ਸਾਡੇ 2-2 4-4 ਬੱਚੇ ਨੇ, ਅਸੀਂ ਆਪ ਔਰਤਾਂ ਤੁਹਾਡੇ ਮੋਢੇ ਨਾਲ ਮੋਢਾ ਜੋੜ ਕੇ ਖੜਾਂਗੀਆਂ, ਅਸੀਂ ਪਿੱਛੇ ਨਹੀਂ ਹਟਦੀਆਂ, ਤੁਹਾਡੇ ਨਾਲ ਹੋ ਕੇ ਲੜਾਂਗੀਆਂ ਜਿੱਥੇ ਸਾਨੂੰ ਲੜਨਾ ਪਿਆ। ਮਾਈ ਭਾਗੋ ਦੀ ਤਰ੍ਹਾਂ ਅਸੀਂ ਵੀ ਕਿਰਪਾਨ ਚੱਕ ਕੇ ਤੁਹਾਡੇ ਮੂਹਰੇ ਹੋਵਾਂਗੀਆਂ। ਕੀ ਕਰਨਗੇ ਜਲਤਾ ਗਾਣੇ ਲੋਕਾਂ ਦੇ ਮੋਢੇ ਰੱਦ ਕਰੋ ਬਈ ਰੱਦ ਕਰੋ। ਪਹਿਲਾਂ ਔਰਤਾਂ ਜਦੋਂ ਘਰੇ ਆਉਂਦੀਆਂ ਸੀ ਉਹ ਐਂ ਕਹਿ ਦਿੰਦੀਆਂ ਸੀ ਬਹੁਤ ਮਾੜਾ ਹੋਇਆ ਤੁਸੀਂ ਇੱਧਰ ਨੂੰ, ਮੈਂ ਕਹਿੰਦੀ ਹੁੰਦੀ ਸੀ ਮੈਂ ਮੂਹਰੇ ਲੱਗ ਕੇ ਤੁਰਦੀ ਸੀ, ਮੈਂ ਉਹਨਾਂ ਦੀਆਂ ਗੱਲਾਂ ਤੇ ਪੂਰੀ ਉਤਰੂੰਗੀ, ਮੂਹਰੇ ਲੱਗ ਕੇ ਤੁਰੂੰਗੀ ਵੀ ਹੁਣ ਵੀ ਨਹੀਂ ਮੈਂ ਪਿੱਛੇ ਹਟਦੀਗੀ। ਆਪ ਦੇ ਬੰਨਿਓ ਜਾਣੀ ਉਹਨਾਂ ਨੂੰ ਬਹਾਦਰੀ ਦਾ ਵੀ ਪੁੱਤ ਤੁਸੀਂ ਇੱਜ਼ਤਾਂ ਦੀ ਰਾਖੀ ਕੀਤੀ ਹੈ, ਜੇ ਸਜ਼ਾ ਹੋਗੀ ਤਾਂ ਹੁਣ ਉਵੇਂ ਸਿੱਧੀ ਚਾਹੀਦੀ ਹੈ, ਤਾਂ ਹੁਣ ਨੀਵੀਂ ਪਾ ਕੇ ਨਹੀਂ ਵਿੱਚ ਫਿਰਨਾ ਜੇਲ੍ਹ ਦੇ। In view of the significance of the issue, 18 mass organizations came together to form a statewide committee. ਲਾਲ ਕਿਲੇ ਦੇ ਮੂਹਰੇ ਜੇ ਚਮਕੌਰ ਗੜੀ ਝੁਕ ਜਾਂਦੀ, ਜੇ ਰਾਤਾਂ ਤੋਂ ਡਰਦੇ ਮਾਛੀ ਵਾਲੇ ਗੱਲ ਮੁੱਕ ਜਾਂਦੀ। ਆ ਦੀਨੇ ਵਿੱਚ ਜਿੱਤਣਾ ਵੇਨੂੰ ਕੌਣ ਰਚਾਉਂਦਾ ਲੋਕਾਂ, ਜਬਰ ਕੇ ਨਹੀਂ ਸਬਰ ਕਰੀਦਾ ਪਰਵਾਨਾ ਨਾ ਹੋਕਾ। ਜੱਜ ਦੀ ਕੁਰਸੀ ਝੂਠ ਚੜ ਗਿਆ, ਜੱਜ ਦੀ ਕੁਰਸੀ ਝੂਠ ਚੜ ਗਿਆ,
ਜਦੋਂ ਭਗਤ ਸਿੰਘ ਨੇ ਫਾਂਸੀ ਦੇ ਤਖਤੇ ਤੋਂ ਜਿਹੜੇ ਆਖਰੀ ਸ਼ਬਦ ਕਹੇ ਸਨ ਉਹ ਸ਼ਬਦ ਸਨ ਇਨਕਲਾਬ ਜ਼ਿੰਦਾਬਾਦ। मैं समझना कि 58 साल की आज़ादी तो बाद इस निज़ाम ने जो कुछ किसी को देना सी या जो कुछ किसी को खोना सी वो खो लिया। हुण साडा फर्ज है कि असी अपने आप को संबोधन होकर पूछिए कि असी चाहते की हाँ और जो कुछ चाहते हैं वो हासिल किंज करना है। अज तुहाडे 3 बहादुर साथियों नूं उम्र कैद दे दी गई है। ये उम्र कैद किन्हां नूं दे दी गई है? जिन्हां ने एक नवी मिसाल दुनिया च पैदा की थी कि लोग संघर्ष की हासिल कर सकते हैं। उन्हां चों 3 साथी ने जिन्होंने साबित कर दिता कि लोग संघर्षां नाल की चीज़ हासिल करी दी है। ते हाकमां ने भी अपना नंगा कर दिता है कि असी की करना है। उन्होंने भी अपना इरादा पूरा दस दिता है कि झूठे केस बना के असी तुहानूं अंदर डक दें। ਜਿਹੜੀ ਨਿਆਂ ਪ੍ਰਣਾਲੀ ਸਿੱਧੀ ਇੱਕ ਧਿਰ ਨਾਲ ਸਿਆਸੀ ਧਿਰ ਨਾਲ ਜਿਹੜੀਆਂ ਧਿਰਾਂ ਉਹਨਾਂ ਨੂੰ ਬਚਾ ਰਹੀਆਂ ਨੇ ਉਹਨਾਂ ਨਾਲ ਖੜ ਕੇ ਜਿਹੜੀ ਫੈਸਲੇ ਲੈਂਦੀ ਹੈ ਉਸ ਨੂੰ ਅਸੀਂ ਜੱਜਮੈਂਟ ਨਹੀਂ ਸਮਝਦੇ। ਉਹਨਾਂ ਨੇ ਝੂਠਾ ਫਤਵਾ ਦਿੱਤਾ ਹੈ। ਇਸ ਲਈ ਸਾਡਾ ਸਾਰਿਆਂ ਦਾ ਫਰਜ਼ ਹੈ ਕਿ ਇਸ ਅਦਾਲਤ ਨੂੰ ਮੂੰਹ ਤੋੜਵਾ ਜਵਾਬ ਦਿੱਤਾ ਜਾਏ ਤੇ ਉਹਨਾਂ ਸਾਥੀਆਂ ਨੂੰ ਬਕਾਇਦਾ ਰਿਹਾ ਕਰਵਾਇਆ ਜਾਏ। ਅਜਿਹੇ ਜ਼ਾਲਮਾਂ ਵਿਰੁੱਧ ਲੜਨ ਦਾ, ਅਜਿਹੀ ਨਿਆਂ ਪ੍ਰਣਾਲੀ ਵਿਰੁੱਧ ਲੜਨ ਦਾ ਇੱਕ ਮੌਕਾ ਹੈ ਸਾਡੇ ਲੋਕਾਂ ਨੂੰ ਤੇ ਇਸ ਨੂੰ ਖੰਜਾਉਣਾ ਨਹੀਂ ਚਾਹੀਦਾ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਇਹ ਬਰਨਾਲੇ ਦੇ ਪ੍ਰਸ਼ਾਸਨ ਨੂੰ ਇਹਨਾਂ ਦੀਆਂ ਅੱਖਾਂ ਦੇ ਵਿੱਚ ਰੋੜਿਆਂ ਰੜਕਦੀ ਹੈ ਅੱਜ ਦੀ ਰੈਲੀ ਤੋਂ। ਇਸ ਪ੍ਰਸ਼ਾਸਨ ਲਈ ਇਹ ਚੇਤਾਵਨੀ ਆ ਕਿ ਰੈਲੀ ਅੱਜ ਨਹੀਂ ਹੋਣੀ, ਇਹ ਰੈਲੀ ਮੁੜ ਹੋਏਗੀ। ਅਸੀਂ 20 ਸਾਲ ਰੈਲੀ ਕਰਾਂਗੇ, 20 ਸਾਲ। ਮੈਂ ਸਾਰੀਆਂ ਜਥੇਬੰਦੀਆਂ ਦੇ ਸੂਬਾਈ ਪ੍ਰਧਾਨਾਂ ਨੂੰ ਬੇਨਤੀ ਕਰਦਾ ਕਿ ਐਸਡੀਐਮ ਸਾਹਿਬ ਨੂੰ ਇਹ ਮੰਗ ਪੱਤਰ ਦੇ ਕੇ ਆਉਣ। ਨਾਲ ਹੀ ਤੁਸੀਂ ਆਉਣਗੇ ਜੀ, ਤੁਸੀਂ ਖੜ ਜਾਓਗੇ ਠਹਿਰ ਬਹਿ ਜਾਓ, ਤੁਸੀਂ ਬਹਿ ਜਾਓ। ਐਸਡੀ ਸਾਹਿਬ ਨੂੰ ਬੇਨਤੀ ਕਰਦੇ ਆ ਵੀ ਕੱਲਾ ਉਹ ਸਟੇਜ ਤੇ ਕਹਾਂ ਆਉਣ ਤੋਂ ਝਿਜਕਦੇ ਨੇ, ਇੱਥੇ ਆਉਣ ਤੇ ਸਾਨੂੰ ਭਰੋਸਾ ਦਿਵਾਉਣ। ਬਾਗਾ ਦੇ ਫੈਸਲਾ ਸਾਰੇ ਲੋਕਾਂ ਦਾ, ਲੋਕ ਹੱਥ ਖੜੇ ਕਰਕੇ ਭਰੋਸਾ ਦਿਵਾਉਣ। ਆਓ ਜੀ ਸਟੇਜ ਆਓ, ਇੱਥੇ ਭਰੋਸਾ ਦਿਵਾਓ। ਕਿਸੇ ਕੋਲ ਆ ਜਾਓ, ਭਰੋਸਾ ਦਿਵਾ ਦਿਓ। ਚਿੰਨਾ ਜੀ ਮੇਰੀ ਗੱਲ ਤਾਂ ਸੁਣੋ। ਆ ਜਾਓ ਤੁਸੀਂ ਭਰੋਸਾ ਦਿਵਾਉਣ। ਆ ਲੋਕ ਬੈਠੇ ਨੇ, ਭਰੋਸਾ ਦਿਵਾਓ ਜੀ। ਚਿੰਨਾ ਜੀ ਆ ਜਾਓ, ਮੁੜਿਆ ਫਿਰ ਨਹੀਂ ਲੈਂਦੇ, ਕੋਈ ਗੱਲ ਨਹੀਂ। हक मंगदे वीर हन मारे, हक मंगदे वीर हन मारे ते वैरियां नू सबर पवे। हाल नी एहो जेह तू भूमिए ना जम्मी लाल नी। जेड़ी खून है किरत दा पिंदी, जेड़ी खून है किरत दा पिंदी ओ तोड़ देनी तन दे उत्तों। जोकवे लोकी अज निकल पे हिक्का ठोकवे। ਦੇਸ਼ ਜਿਹੜਾ ਹੈਗਾ ਸਿਰਫ ਬਾਰਡਰ ਦੇ ਉੱਤੇ ਕੋਈ ਹੋਰ ਕੰਟਰੀ ਦੀ ਜਿਹੜੀ ਦੁਸ਼ਮਣ ਅੰਦਰ ਨਾ ਆ ਜਾਵੇ ਸਿਰਫ ਉਹਦੇ ਨਾਲ ਹੀ ਸਿਕਿਉਰ ਨਹੀਂ ਹੈ। ਇੱਥੇ ਤਾਂ ਸਾਰਾ ਕੁਝ ਹੀ ਇਨਸਿਕਿਉਰ ਪਿਆ। ਮੈਂ ਇੱਕ ਇਸੇ ਪੁਆਇੰਟ ਤੇ ਅਗਰ ਦੱਸਾਂ ਕਿ ਇਨਸਿਕਿਉਰਿਟੀ ਜਿਹੜੀ ਹੈ ਵੂਮਨ ਦਾ ਐਜ਼ ਏ ਵੂਮਨ ਮਤਲਬ ਦੇ ਆਰ ਨਾਟ ਸਿਕਿਉਰ। ਇਹੀ ਮੈਂ ਇੱਕ ਐਗਜ਼ਾਮਪਲ ਦੇਣਾ ਚਾਹੁੰਦਾ ਕਿ ਮਹਿਲ ਕਲਾਂ ਦੇ ਵਿੱਚ 18 ਸਾਲ ਦੀ ਬੱਚੀ ਕਿਰਨਜੀਤ ਜਿਹੜੀ ਸੀਗੀ ਉਹਦੇ ਨਾਲ ਬਲਾਤਕਾਰ ਹੋਇਆ, ਉਹਨੂੰ ਮਰਡਰ ਕੀਤਾ ਗਿਆ ਕਿ ਉਦੋਂ ਮੁੜ ਕੇ ਸਾਡੇ ਪੋਲੀਟੀਸ਼ੀਅਨ, ਸਾਡੀ ਪੁਲਿਸ
ਇਹਨਾਂ ਕੇਸਾਂ ਨੂੰ ਦਬਾਉਣ ਲਈ ਜਿਨ੍ਹਾਂ ਬੰਦਿਆਂ ਨੇ ਕੀਤਾ ਸੀ ਇਹ ਕੰਮ ਉਹਨਾਂ ਦੇ ਨਾਲ ਮਿਲੀ ਹੋਈ ਸੀਗੀ। ਇਹ ਤਾਂ ਲੋਕਾਂ ਦਾ ਹੀ ਇਸ ਤਰ੍ਹਾਂ ਦਾ ਇਕੱਠ ਇੱਦਾਂ ਹੋਇਆ ਔਰ ਲੋਕੀ ਇਕੱਠੇ ਹੋਏ ਔਰ ਉਹਨਾਂ ਨੇ ਜਾ ਕੇ ਉਸ 'ਤੇ ਦਬਾਅ ਪਾਇਆ ਤੇ ਫਿਰ ਜਾ ਕੇ ਕੇਸ ਦਰਜ ਹੋਏ ਔਰ ਉਸ ਤੋਂ ਬਾਅਦ ਇਹ ਇੱਕ ਹਕੀਕਤ ਹੈ ਤਾਂ ਹੁਣ ਸਾਰੇ ਸਾਹਮਣੇ ਹੈ। ਕੇਸ ਦਰਜ ਹੋਣ ਤੋਂ ਜਿਨ੍ਹਾਂ ਆਦਮੀਆਂ ਨੇ ਕੇਸ ਦਰਜ ਕਰਾਏ ਹੁਣ ਉਹੋ ਹੀ ਪੁਲਿਸ ਔਰ ਗੁੰਡਾ ਸਿਆਸੀ ਗੁੰਡਾ ਜਿਹੜਾ ਗੱਠਜੋੜ ਸੀਗਾ ਉਹਨਾਂ ਨੇ ਮਿਲ ਮਿਲਾ ਕੇ ਜੁਡੀਸ਼ਰੀ ਤੋਂ ਇੱਦਾਂ ਦਾ ਆਪਣਾ ਕੰਮ ਕਰਾਇਆ ਕਿ ਉਹਨਾਂ ਹੀ 3 ਬੰਦਿਆਂ ਨੂੰ ਹੁਣ ਜੇਲ੍ਹ ਦੇ ਵਿੱਚ ਭਿਜਵਾ ਦਿੱਤਾ। ਇੱਕ ਪਾਸੇ ਅਸੀਂ ਕਹਿੰਦੇ ਹਾਂ ਕਿ ਅਸੀਂ ਵਰਡ ਪਾਵਰ ਬਣ ਰਹੇ ਹਾਂ। ਅਗਰ ਇੱਕ ਬੱਚੀ ਕਨਫੀਡੈਂਟ ਨਹੀਂ ਹੈ ਕਿ ਮੈਂ ਆਪਣੇ ਘਰ ਤੋਂ ਨਿਕਲ ਕੇ ਕਾਲਜ ਤੱਕ ਬਿਲਕੁਲ ਸੇਫ ਜਾਵਾਂਗੀ ਔਰ ਸੇਫ ਵਾਪਸ ਆ ਜਾਵਾਂਗੀ, ਹਾਂਜੀ, ਉਹ ਉਸ ਕੰਟਰੀ ਦਾ ਜਾਂ ਉਸ ਤਰੱਕੀ ਕਰਨ ਦਾ ਕੀ ਉਹਦਾ ਕੋਈ ਮਕਸਦ ਨਿਕਲਿਆ। ਹੁਣ 50% ਅਗਰ ਤੁਸੀਂ ਲਾਓਗੇ ਤਾਂ ਔਰਤਾਂ ਹੀ ਨੇ, ਅਗਰ ਉਹੀ ਇਨਸਿਕਿਉਰ ਨੇ ਤਾਂ ਕੰਟਰੀ ਦੇ ਵਿੱਚ ਤੁਹਾਡੇ ਸੂਬੇ ਦੇ ਵਿੱਚ ਰਹਿ ਕੀ ਗਿਆ? ਗਰੀਬ ਕਿਸਾਨ ਨੇ, ਕਿਰਤੀ ਨੇ, ਕੁਛ ਹੋਰ ਨੇ ਬਹੁਤ ਤਾਦਾਦ ਦੇ ਵਿੱਚ, ਤੇ ਕਿਹੜੀ ਪਰਸੈਂਟੇਜ ਰਹਿੰਦੀ ਜਿਹੜੀ ਕਨਫੀਡੈਂਟ ਹੈ? ਕਿ ਅਸੀਂ ਸੋਚ ਸਕਦੇ ਹਾਂ ਕਿ ਉਹ ਜਿਹੜੀ 5-7-10% ਜਿਹੜੀ ਹੈਗੀ ਹੈ ਤੇ ਉਹੀ ਜਿਹੜੀ ਸਾਡੇ ਤੇ ਪੋਲੀਟੀਸ਼ੀਅਨ ਨੇ ਜਾਂ ਬਿਊਰੋਕ੍ਰੇਸੀ ਹੈ ਜਾਂ ਪੁਲਿਸ ਹੈ, ਇਹੀ ਬੰਦੇ ਰਹਿ ਜਾਂਦੇ ਨੇ। ਕਿ ਜਿਹੜਾ ਇੰਡੀਆ ਸਿਰਫ ਇਹੀ ਹੈ? ਜਿੰਨੀ ਦੇਰ ਤੱਕ ਅਸੀਂ ਆਪਣੇ ਸਮਾਜ ਨੂੰ ਇੱਕ ਨਰੋਇਆ ਸਮਾਜ ਨਹੀਂ ਬਣਾਉਂਦੇ ਔਰ ਇਸ ਸਿਕਿਉਰਿਟੀ ਦੇ ਪਿੱਛੇ ਨਹੀਂ ਅਸੀਂ ਪੈਂਦੇਗੇ, ਸਾਡਾ ਸਮਾਜ ਕਦੇ ਵੀ ਤਰੱਕੀ ਨਹੀਂ ਕਰ ਸਕਦਾ ਗਾ। ਬਾਕੀ ਸਰਹੱਦਾਂ ਸਿਕਿਉਰ ਕਰ ਲਈਆਂ, ਸਾਡੇ ਕੋਲ ਐਟਮ ਬੰਬ ਹੋ ਗਏ, ਸਾਡੇ ਕੋਲ ਐਜ਼ ਫਾਰ ਐਜ਼ ਫੈਕਟਰੀਜ਼ ਆਰ ਕੰਸਰਨ, ਜੇ ਸਾਰਾ ਕੁਝ ਹੋ ਗਿਆ, ਵਰਕਰ ਨੇ ਜਾਂ ਕੰਮ ਕਰ ਰਹੇ ਨੇ, ਉਹੀ ਕੁਝ ਨਹੀਂ ਹੈ। ਬੰਨੋ ਕਾਫਲੇ ਡਟੋ ਮੈਦਾਨ, ਜੇ ਚਾਹੁੰਦੇ ਹੋ ਧੀਆਂ ਦੀਆਂ ਬੰਨੋ ਕਾਫਲੇ ਡਟੋ ਮੈਦਾਨ, ਕੈਂਜੀ ਤੇਰੀ ਸੋਚ ਤੇ ਕਹਿਰਾ ਦਿਆਂਗੇ ਠੋਕ ਕੇ, ਜੇਲਾਂ ਤੋਂ ਨਹੀਂ ਡਰਦੇ ਲੋਕ, ਅੱਖਾਂ ਨਹੀਂ ਡੋਲਦੇ ਲੋਕ। ਹਾਂਜੀ ਅਸੀਂ ਐਂ ਬੱਸ ਤੇ ਜਾਣਾ 12 ਦਿਨ, ਹੁਣ ਵੀ ਚੱਲ ਸਕਦੇ ਹੋ ਤਾਂ ਚਲੋ। ਨਹੀਂ ਜਾ ਕੇ ਸਾਥ ਦਿਓ ਘਰਾਂ ਦਾ ਸਾਰਾ ਨਹੀਂ ਕੋਈ ਹਾਲ ਹੈ, ਇੱਥੇ ਬਾਹਰ ਗੇਟ ਲਾ ਦਿੰਦੇ, ਗੇਟ ਮੈਨੂੰ ਲਾਉਣਾ ਆਉਂਦਾ ਆ ਚੱਲੀਏ ਚਲੋ। 12 ਦੀ ਵੱਡਾ ਮੇਰੀ ਗੱਲ ਸੁਣ, ਤੂੰ ਆ ਕੋਠੇ ਟੱਪ ਸਕਦੀ ਹੈ, ਨਾਲ ਨਹੀਂ ਤੁਰ ਸਕਦੀ ਹੈ। ਪੰਜਾਬ ਦੇ ਕੋਨੇ-ਕੋਨੇ ਤੋਂ ਲੱਖਾਂ ਲੋਕ ਪਹੁੰਚ ਰਹੇ ਹਨ। ਸੋ ਆਪਾਂ ਵੀ ਉਸ ਦਿਨ ਇੱਕ ਦਿਨ ਦਾ ਕੰਮ ਛੱਡਦੇ ਹੋਏ ਮਹਿਲ ਕਲਾਂ ਦੀ ਦਾਣਾ ਮੰਡੀ ਦੇ ਵਿੱਚ ਆਪੋ ਆਪ ਦੀ ਸਾਧਨਾ 'ਤੇ ਪਹੁੰਚੀਏ ਅਤੇ 3 ਲੋਕ ਆਗੂਆਂ ਜਿਨ੍ਹਾਂ ਨੂੰ ਇੱਥੋਂ ਦੇ ਕਾਤਲੀ ਟੋਲੇ ਨੇ ਝੂਠੇ ਕਤਲ ਕੇਸ ਵਿੱਚ ਪਾ ਕੇ ਝੂਠੀਆਂ ਗਵਾਹੀਆਂ ਦਵਾ ਕੇ ਉਮਰ ਕੈਦ ਦੀ ਸਜ਼ਾ ਕਰਵਾਈ ਹੈ, ਉਸ ਨੂੰ ਰੱਦ ਕਰਵਾਉਣ ਦੇ ਲਈ ਜੋ ਸੰਘਰਸ਼ ਕਮੇਟੀ ਨੇ ਅਗਲੇ ਸੰਘਰਸ਼ ਦਾ ਐਲਾਨ ਕਰਨਾ ਹੈ ਉਸ ਬਾਰੇ ਅਤੇ ਸ਼ਹੀਦ ਬੀਬੀ ਕਿਰਨਜੀਤ ਜੋ ਗੁੰਡਾ ਸੰਗ ਲੜਦੀ ਹੋਈ ਸ਼ਹੀਦ ਹੋਈ ਉਸ ਨੂੰ ਸੱਚੀ ਸ਼ਰਧਾਂਜਲੀ ਭੇਂਟ ਕਰਨ ਦੇ ਲਈ ਆਪਾਂ ਆਉਣ ਵਾਲੀ 12 ਅਗਸਤ ਨੂੰ ਦਿਨ ਸ਼ੁੱਕਰਵਾਰ ਨੂੰ 10 ਵਜੇ ਮਹਿਲ ਕਲਾਂ ਦੀ ਦਾਣਾ ਮੰਡੀ ਦੇ ਵਿੱਚ ਪਹੁੰਚੀਏ, ਜਿੱਥੇ ਪੰਜਾਬ ਦੇ ਕੋਨੇ-ਕੋਨੇ ਤੇ ਲੱਖਾਂ ਲੋਕ ਆ ਰਹੇ ਨੇ। ਜਾਣਾ ਚਾਹੀਦਾ ਜਦੋਂ ਆਪਣੇ ਵੀ ਧੀਆਂ ਭੈਣਾਂ ਨਾ ਹੋ ਸਕਦੀ ਹੈ। ਇਸ ਕਰਕੇ ਆਪਣਾ ਹੁਣ ਸਾਰੇ ਲੋਕਾਂ ਦਾ ਫਰਜ਼ ਬਣਦਾ ਵੀ ਆਪਾਂ ਜ਼ਰੂਰ ਇਹਦੇ ਵਿੱਚ ਜਾਈਏ। ਇਹ ਤਾਂ ਆਪਣਾ ਸਾਰਾ ਸਾਂਝਾ ਕਾਜ ਆ ਆਪਣੇ ਸਾਰੇ ਲੋਕਾਂ ਦਾ, ਕੋਈ ਇਕੱਲਿਆਂ ਦਾ ਨਹੀਂ ਹੈ। ਉਹਨਾਂ ਨੂੰ ਵੀ ਉਮਰ ਕੈਦ ਹੋਈ ਹੈ ਜਿਨ੍ਹਾਂ ਨੇ ਬਲਾਤਕਾਰ ਕੀਤਾ, ਕਤਲ ਕੀਤਾ, ਜਿਨ੍ਹਾਂ ਨੇ ਕੁਝ ਕਰਿਆ ਨਹੀਂਗਾ ਉਹਨਾਂ ਨੂੰ ਵੀ ਚੱਕ ਕੇ ਉਮਰ ਕੈਦ ਕਰਤੀ। ਜਿੱਥੇ ਕਚਹਿਰੀਆਂ ਦੇ ਵਿੱਚ ਕਤਲ ਹੋਇਆ ਉੱਥੇ ਵਕੀਲ ਕੰਨੇ ਨੇ, ਇੱਕ ਗੱਡੀ ਦਾ ਡਰਾਈਵਰ ਸੀ ਜਿਹੜਾ ਕੈਦੀਆਂ ਨੂੰ ਲੈ ਕੇ ਆਉਂਦਾ ਸੀ, ਉਹਨੇ ਗਵਾਹੀ ਦਿੱਤੀ ਆ ਕਿ ਵੀ ਮੈਂ ਇਹਨਾਂ ਲੋਕਾਂ ਨੂੰ ਦੇਖਿਆ, ਇੱਥੇ ਇਹਨਾਂ 3 ਬੰਦਿਆਂ ਦੇ ਵਿੱਚੋਂ ਕੋਈ ਬੰਦਾ ਨਹੀਂ ਸੀ। ਝਾੜੀ ਨਾ ਝੁਲਮਤੀ ਛੱਡਣੀ ਤੇ ਸਾਡੀ ਭਾਵੇਂ ਝਾੜੀ ਨਾ ਰਹੇ, ਲੋਕ ਵੇ ਅੱਗ ਵਿੱਚ ਜਿੰਦੜੀ ਨੂੰ ਦੇਣਾ ਝੋਕ ਵੇ। ਐਕਸ਼ਨ ਕਮੇਟੀ ਮਾਲਕਾਂ ਜਿੰਦਾਬਾਦ, ਜਿੰਦਾਬਾਦ। ਭਾਰਤੀ ਕਿਸਾਨ ਯੂਨੀਅਨ ਏਕਤਾ ਜਿੰਦਾਬਾਦ, ਜਿੰਦਾਬਾਦ। ਬੇਟੀ ਕਿਰਨਜੀਤ ਨਹੀਂ ਜੀ ਜ਼ਰੂਰ ਆਵਾਂਗੇ, ਜਮਾ ਨਹੀਂ ਪਹੁੰਚਦੇ। ਫੇਰ ਟਰੈਕਟਰ ਲੈ ਕੇ ਆਉਂਗੇ ਉਹਦੇ? ਹਾਂ ਜੀ ਆਵਾਂਗੇ, ਸੱਚ ਵਧੀਆ ਗੱਲ ਹੈ, ਆਵਾਂਗੇ ਜੀ। ਤਾਂ ਆਪਣਾ ਸਾਂਝਾ ਕਾਰਜ ਹੈ ਸਾਰਿਆਂ ਦਾ ਇਹਦਾ ਬਹੁਤ ਵੱਡਾ ਪਰਉਪਕਾਰ। ਸੋ ਸਾਰੇ ਭੈਣ ਭਰਾਵਾਂ ਨੂੰ ਸਾਡੀ ਬੇਨਤੀ ਹੈ, ਅਪੀਲ ਹੈ ਕਿ ਆਪਾਂ ਆਪਦੇ ਹੱਕ ਸੱਚ ਦੀ ਲੜਾਈ ਦੇ ਵਿੱਚ ਬਣਦਾ ਯੋਗਦਾਨ ਪਾਈਏ। ਐਕਸ਼ਨ ਕਮੇਟੀ ਦੇ ਤਿੰਨ ਲੋਕ ਦੀ ਸਜ਼ਾ ਰੱਦ ਕਰੋ, ਰੱਦ ਕਰੋ, ਰੱਦ ਕਰੋ। ਲੋਕ ਆਗੂਆਂ ਨੂੰ ਦਿੱਤੀ ਸਜ਼ਾ ਰੱਦ ਕਰੋ, ਰੱਦ ਕਰੋ, ਰੱਦ ਕਰੋ। 3 ਲੋਕ ਆਗੂਆਂ ਨੂੰ ਦਿੱਤੀ ਉਮਰ ਕੈਦ ਦੀ ਸਜ਼ਾ ਰੱਦ ਕਰੋ, ਰੱਦ ਕਰੋ। 3 ਲੋਕ ਆਗੂਆਂ ਨੂੰ ਦਿੱਤੀ ਉਮਰ ਕੈਦ ਦੀ ਸਜ਼ਾ ਰੱਦ ਕਰੋ, ਰੱਦ ਕਰੋ।
ਆਪਸ ਸਿਆਸੀ ਗੁੰਡਾ ਗੱਠਜੋੜ ਮਰਦਾਬਾਦ 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 ਪੰਜਾਬ ਦੇ ਸੰਘਰਸ਼ੀ ਲੋਕਾਂ ਨੂੰ ਇਸ ਗੁੰਡਾ ਤੋਂ ਸਿਆਸੀ ਅਦਾਲਤ ਦੀ ਗੱਠਜੋੜ ਨੇ ਇੱਕ ਭਾਜੀ ਪਾਈ ਹੈ ਔਰ ਉਹ ਭਾਜੀ ਪਾ ਕੇ ਉਹਨੇ ਇੱਕ ਭੁਲੇਖਾ ਪਾਲਣ ਦੀ ਕੋਸ਼ਿਸ਼ ਕੀਤੀ ਹੈ ਕਿ ਇਹ ਤਿੰਨ ਯੋਧੇ ਜੇਲ੍ਹਾਂ 'ਚ ਡੱਕ ਦਿਆਂਗੇ। ਇੱਕ ਝੂਠਾ ਕੇਸ ਬਣਾ ਕੇ ਇਹ ਉਹਨਾਂ ਨੇ ਭੁਲੇਖਾ ਪਾਲਿਆ ਕਿ ਮਹਿਲ ਕਲਾਂ ਦੇ ਅੰਦਰ, ਬਰਨਾਲੇ ਦੇ ਅੰਦਰ, ਪੰਜਾਬ ਦੇ ਅੰਦਰ ਕਾਮ ਨੂੰ ਹੱਕ ਸੱਚ ਦੀ ਆਵਾਜ਼ ਹੈ ਜਿਹੜੀ ਉਹ ਮੰਗ ਹੋਊਗੀ। ਇਹ ਇੱਕ ਨਿਆਂਗੀ ਜਮਾਤੀ ਨਿਆਂ ਹੈ, जमाती इंसाफ है। ये जमात के नाल चलता है, ये निरपक्ष नहीं, ये गरीब अमीर निरपक्ष नहीं। अदालत का यह काम नहीं कि कोई विचार कहने रखता है। अदालत का काम है कि जे कानून नूं तोड़िया जाता है तो उसके विरुद्ध कुछ बनना चाहिए। पर नरेंद्र तोड़े ने कानून नहीं तोड़िया। जे उन्होंने मार्क्सी विचार रखे ने, किसी ने अकाली विचार रखे ने, कांग्रेसी विचार रखे ने, ਇਹਦੇ ਕਰਕੇ ਜੇ ਸਜ਼ਾ ਦਿੱਤੀ ਜਾਂਦੀ ਹੈ ਤਾਂ ਅਸੀਂ ਸਮਝਾਂਗੇ ਨਾ ਉਹ ਤਾਂ ਗੈਰ ਕਾਨੂੰਨੀ ਨੇ। ਔਰ ਉਹਨਾਂ ਨੇ ਇੱਕ ਸੁਨੇਹਾ ਦਿੱਤਾ ਸਾਡੀਆਂ ਖੇਤੀਆਂ ਲਈ, ਸਾਡੇ ਮਜ਼ਦੂਰ, ਸਾਡੇ ਕਿਸਾਨਾਂ ਲਈ, ਮਿਹਨਤੀ ਲੋਕਾਂ ਲਈ ਕਿ ਲੋਕੋ 14 ਸਾਲ 18 ਸਾਲ ਜਾਂ 20 ਸਾਲ ਦੀ ਉਮਰ ਕੈਦ ਕੱਟ ਕੇ ਵੀ ਫੇਰ ਆਵਾਂਗੇ। ਆਜ਼ਾਦੀ ਚੱਕ ਲਿਆਂਗੇ, ਕਾਤਲੀ ਲਾਣੇ ਦੇ ਸਿਆਸੀ ਸਰਪ੍ਰਸਤਾਂ ਵੱਲੋਂ ਲੋਕਾਂ ਵਿੱਚ ਬੇਵਕੂਫ ਹੋ ਚੁੱਕੇ ਗੁੰਡੇ ਟੋਲੇ। The public rally on Kiranjeet's 8th death anniversary concluded with the resolve to continue the struggle. ਜਿਹੜੀ ਲੜਾਈ ਹੈ ਜਿਹੜੀ ਜਾਰੀ ਰੱਖ ਰਹੇ ਹਾਂ, ਇਹਦੇ ਸਿੱਟੇ ਥੋੜਾ ਪਛੇਤ ਬਸ਼ੱਕ ਹੋ ਜਾਣ, ਪਰ ਇਹ ਸਾਨੂੰ ਯਕੀਨ ਹੈ ਵੀ ਅਸੀਂ ਸਜ਼ਾ ਜਿਹੜੀ ਸਾਡੇ ਸਾਥੀਆਂ ਦੀ ਉਹ ਰੱਦ ਕਰਾ ਕੇ ਰਹਾਂਗੇ। ਸਾਥੀ ਭਗਵੰਤ ਤੇਰੀ ਸੋਚ ਤੇ ਅੱਜ ਹੋਣੀ ਦੀ ਹਾਨਣ ਬਣ ਕੇ, ਅੱਜ ਹੋਣੀ ਦੀ ਹਾਨਣ ਬਣ ਕੇ ਜ਼ਿੰਦਗੀ ਪਈ ਹੰਡਾਉਣੀ। ਤੇਰੀ ਥਾਂ ਜਦ ਮਿਲ ਗਈ ਸਾਨੂੰ ਤੇਰੀ ਮੌਤ ਸੁਣਾਉਣੀ। ਅੱਜ ਵਰਗਾ ਦਿਨ ਕਿਤੇ ਨਾ ਚੜਨਾ, ਅੱਜ ਵਰਗਾ ਦਿਨ ਕਿਤੇ ਨਾ ਚੜਨਾ, ਅੱਜ ਜੇ ਰਾਤ ਨਾ ਆਉਣੀ। ਤੇਰੀ ਥਾਂ ਜਦ ਮਿਲ ਗਏ ਸਾਨੂੰ। ਜਿਸ ਦਿਨ ਉਸ ਬਹਾਦਰ ਨੂੰ ਆਪਾਂ ਵਿਦਾ ਕਰਨ ਲੱਗੇ ਸੀ, ਮੈਨੂੰ ਸੂਰਵੀਰਾਂ ਦੀ ਫੌਜ ਤੋਂ ਇੰਨਾ ਬਲ ਮਿਲ ਗਿਆ ਸੀ, ਨਹੀਂ ਤਾਂ ਜਿਵੇਂ ਇੱਕ ਜਵਾਨ ਪਤੀ ਦੀ ਅਰਥੀ ਚੱਕਣੀ ਤੇ ਮੇਰਾ ਇਹ ਬੋਲਣਾ ਕਿ ਵੀਰੋ ਡੋਲਿਓ ਨਾ। ਮੇਰੇ ਵਿੱਚੋਂ ਤੁਸੀਂ ਭਗਵੰਤ ਨੂੰ ਹੀ ਦੇਖਿਓ। ਮੈਂ ਇਹ ਸਹੁੰ ਖਾਧੀ ਸੀ, ਉਸ ਦਿਨ ਤੋਂ ਲੈ ਕੇ ਮੈਂ ਉਸੇ ਸਹੁੰ ਤੇ ਉਸੇ ਤਰ੍ਹਾਂ ਕਾਇਮ ਹੈ। ਤੇ ਉਦੋਂ ਤੱਕ ਆਪਾਂ ਇਹ ਪ੍ਰਾਣ ਕਰਨਾ ਜਦ ਤੱਕ ਆਪਾਂ ਆਪਣੇ ਤਿੰਨਾਂ ਵੀਰਾਂ ਨੂੰ ਬਰੀ ਨਹੀਂ ਕਰਾ ਲੈਂਦੇ, ਉਹਨਾਂ ਨੂੰ ਜੇਲ੍ਹ 'ਚ ਡੋਲਣ ਨਹੀਂ ਦੇਣਾ। ਬੇਸ਼ੱਕ ਉਹ ਤਿੰਨੇ ਅੱਜ ਵਿੱਚ ਨਹੀਂ ਗਏ, ਪਰ ਮੈਂ ਸਮਝਦੀ ਹਾਂ ਕਿ ਉਹ ਉੱਥੇ ਬੈਠੇ, ਉਹ ਤਾਂ ਭਗਵੰਤ ਦੀ ਰੂਹ ਦੇ ਵਿੱਚ ਹੀ ਵਸੇ ਹੋਏ ਸੀਗੇ, ਪਰ ਆਪਾਂ ਉਹਨਾਂ ਦਿਨਾਂ ਨੂੰ ਨਹੀਂ ਡੋਲਣ ਦੇਣਾ। ਬਾਕੀ ਮੈਂ ਬਿਲਕੁਲ ਨਹੀਂ ਡੋਲਦੀ। ਆ ਮੇਰੇ ਲੱਖਾਂ ਵੀਰ ਜਿਨ੍ਹਾਂ ਦੇ ਵਿੱਚੋਂ ਮੈਨੂੰ ਆਪਣੇ ਸਕੇ ਭਰਾਵਾਂ ਨਾਲੋਂ ਵੀ ਜ਼ਿਆਦਾ ਸ਼ਕਤੀ ਦਿਸ ਰਹੀ ਹੈ। ਮੈਂ ਤੁਹਾਡੀਆਂ ਜਥੇਬੰਦੀਆਂ ਦੇ ਨਾਲ ਹਰ ਘੋਲ ਦੇ ਵਿੱਚ, ਹਰ ਰੈਲੀ ਦੇ ਵਿੱਚ ਭਗਵੰਤ ਬਣ ਕੇ ਹੀ ਉਸੇ ਤਰ੍ਹਾਂ ਮੂਹਰੇ ਹੋ ਕੇ ਹਰ ਕੁਰਬਾਨੀ ਦੇ ਵਿੱਚ ਸ਼ਾਮਲ ਹੋਇਆ ਕਰੂੰਗੀ। ਇੰਨਾ ਕਹਿੰਦੀ ਹੋਈ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੈਨੂੰ ਇੰਨਾ ਬਲ ਦਿੱਤਾ। ਭਗਵੰਤ ਤੇਰੀ ਸੋਚ ਤੇ, ਭਗਵੰਤ ਵੀਰੇ ਤੇਰੀ ਸੋਚ ਤੇ। ਚੰਡੀਗੜ੍ਹ 21 ਤਰੀਕ ਨੂੰ ਇਕੱਠਾ ਆਪਾਂ ਉਹਨਾਂ ਦੀ ਸਜ਼ਾ ਜਿਹੜੀ ਆ ਉਹ ਮਾਫ ਕਰਾਉਣ ਲਈ, ਵੱਧ ਤੋਂ ਵੱਧ ਜਿਹੜੇ ਵੀ ਔਰਤਾਂ ਉੱਪਰ ਜ਼ੁਲਮ ਹੁੰਦੇ ਆ ਸਾਰਿਆਂ ਨੂੰ ਖਤਮ ਕਰਨ ਲਈ ਆਪਾਂ ਉੱਥੇ ਪੁੱਜਣਾ। ਵੱਧ ਤੋਂ ਵੱਧ ਤੁਸੀਂ ਵੀ ਪਹੁੰਚੋ, ਕਿਉਂਕਿ ਇਕੱਲੀ ਕਿਰਨਜੀਤ ਦਾ ਨਹੀਂ, ਸਾਰੀਆਂ ਔਰਤ ਜਾਤੀ ਉੱਪਰ ਹੋ ਰਹੇ ਜ਼ੁਲਮਾਂ ਨੂੰ ਰੋਕਣ ਦਾ
ਮੈਂ ਛਡਾਉਣ ਨੂੰ ਕਰਨਾ ਕਿ ਬਣਾਉਣ ਨੂੰ ਕਰਨਾ? ਨਹੀਂ ਛਡਾਉਣ ਨੂੰ ਮਾਂ ਜੀ ਜਿਹੜੇ ਆਪਣੇ ਤਾਂ ਨਾਗੂ ਨੇ ਅੱਛਾ ਦੁਨੀਆ ਨਾਲੇ ਅੱਛਾ, ਉਹ ਬੜੇ ਵੇ ਪਰ ਉਮਰ ਨੂੰ ਕਰਨ ਨਹੀਂ ਸੀ ਹੋਈ ਪਿਛਲੇ ਸਾਲ ਉਹਨਾਂ ਨੂੰ ਸਜ਼ਾ ਰੱਦ ਕਰਾਉਣ ਦੀ ਬਾਬਤ ਆਪਾਂ ਇਹ ਇਕੱਠ ਕਰਦੇ ਹਾਂ। ਮਾਂ ਭੈਣਾਂ ਨੇ ਸਭ ਨੇ ਉੱਥੇ ਪਹੁੰਚਣਾ ਹੈਗਾ। ਆਹੋ ਚੰਡੀਗੜ੍ਹ। ਹਾਂਜੀ ਅਸੀਂ ਤਾਂ ਗਏ ਵੇ ਧਰਨੇ ਤੇ ਜਾਵਾਂਗੇ। ਹਾਂ ਚੰਡੀਗੜ੍ਹ ਅੱਗੇ ਵੀ ਉੱਥੇ ਜਾਂਦੇ ਆ। ਜਿੰਨੀਆਂ ਵੀ ਸੁਚੇਤ ਔਰਤਾਂ ਨੇ ਜਿਨ੍ਹਾਂ ਦੀ ਚੇਤਨਾ ਕੰਮ ਕਰਦੀ ਹੈ ਤਾਂ ਉਹ ਜਦੋਂ ਵੀ ਕਿਤੇ ਪਿੰਡ ਦੇ ਵਿੱਚ ਜਾਣ ਤਾਂ ਉੱਥੇ ਵੀ ਇਸ ਗੱਲ ਨੂੰ ਲੈ ਕੇ ਜਾਣ। ਖੂਹਾਂ ਟੋਬਿਆਂ ਦੇ ਉੱਤੇ ਵੀ ਜੇ ਸਾਡੀ ਚੇਤਨਾ ਪਹੁੰਚ ਸਕੇ ਹੌਲੀ ਹੌਲੀ ਜਿਹੜਾ ਹੈਗਾ ਔਰਤਾਂ ਦਾ ਕਾਫਲਾ ਬਣ ਜਾਏਗਾ ਤੇ ਇੱਕ ਦਿਨ ਸੱਚਮੁੱਚ ਬਹੁਤ ਵਧੀਆ ਆਊਗਾ ਜਦੋਂ ਔਰਤ ਆਪਣੀ ਰਾਖੀ ਵੀ ਕਰੇਗੀ ਤੇ ਗਲਤ ਕਦਰਾਂ ਕੀਮਤਾਂ ਨੂੰ ਕੱਟੇਗੀ ਤੇ ਗਲਤ ਜਿਹੜੇ ਅਨਸਰ ਹੈ ਉਹਨਾਂ ਨੂੰ ਮੂੰਹ ਤੋੜਵਾ ਜਵਾਬ ਦੇਊਗੀ। ਤੁਸੀਂ ਖੇਚਲ ਕਰਿਓ ਜ਼ਰੂਰ ਹੀ ਬਾਬਾ ਜੀ, ਇਹ ਬੇਨਤੀ ਹੈ ਤੁਹਾਨੂੰ। ਹਾਂ ਹਾਂ ਜੇ ਨਹੀਂ ਆਪ ਵੀ ਜਾ ਸਕਦੇ ਤਾਂ ਆਪਦੇ ਬੱਚਿਆਂ ਨੂੰ ਕਿਸੇ ਨਾ ਕਿਸੇ ਨੂੰ ਜ਼ਰੂਰ ਭੇਜਾਂਗੇ ਬੇਫਿਕਰ ਹੋ ਕੇ। ਤੇ ਤੂੰ ਭੈੜੀ ਹਾਲਤ ਪੰਜਾਬ ਦੀ ਕਦੇ ਵੀ ਨਹੀਂ ਹੋ ਸਕਦੀ ਜਿਸ ਹਾਲਾਤ ਦੇ ਵਿੱਚ ਉਸ ਲੜਕੀ ਨਾਲ ਇਹ ਧੱਕਾ ਹੋਇਆ। ਜੇ ਅਸੀਂ ਇਹਦੇ ਲਈ ਲੜਾਂਗੇ ਨਹੀਂ ਤਾਂ ਅੱਗੇ ਨੂੰ ਇਸ ਤਰ੍ਹਾਂ ਹੀ ਇਹ ਸਮਾਜ ਦੇ ਵਿੱਚ ਧੱਕੇ ਹੁੰਦੇ ਰਹਿਣਗੇ। ਜ਼ਰੂਰ ਲੜੋ, ਅਪੀਲ ਕਰੋ, ਜਾਓ ਕਿਸੇ। ਹੋਰ ਧੰਨਵਾਦ। ਅਸੀਂ ਮਹਿਸੂਸ ਇਹ ਕਰਦੇ ਹਾਂ ਕਿ ਪੰਜਾਬ ਦੀ ਔਰ ਨੈਸ਼ਨਲ ਪ੍ਰੈਸ ਜਿਸ ਵੇਟ ਨਾਲ ਇਸ ਪੂਰੇ ਕੇਸ ਨੂੰ ਪ੍ਰੋਜੈਕਟ ਹੋਣਾ ਚਾਹੀਦਾ ਹੈ। ਮੈਂ ਜੈਸਿਕਾ ਲਾਲ ਕੇਸ ਦੀ ਮਿਸਾਲ ਦੇਵਾਂ ਤੁਹਾਡੇ ਸਾਹਮਣੇ ਕਿ ਜਿਸ ਢੰਗ ਨਾਲ ਪੂਰੀ ਨੈਸ਼ਨਲ ਮੀਡੀਆ ਦੇ ਅੰਦਰ ਉਹਨੂੰ ਪ੍ਰੋਜੈਕਟ ਕੀਤਾ ਗਿਆ, ਅਸੀਂ ਉਹਦੇ ਉਲਟ ਨਹੀਂ ਹਾਂ, ਪਰ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਕੀ ਉਹ ਦਿੱਲੀ ਦੀ ਇੱਕ ਮਾਡਲ ਸੀ ਇਸ ਕਰਕੇ ਬਹੁਤ ਪ੍ਰੋਜੈਕਟ ਹੋ ਗਈ ਤੇ ਉਹ ਇੱਕ ਗਰੀਬ ਮਾਸਟਰ ਦੀ ਬੱਚੀ ਸੀ ਜਿਹਦੇ ਕਰਕੇ ਉਹ ਪ੍ਰੋਜੈਕਟ ਨਹੀਂ ਹੋ ਸਕੀ। ਜੇ ਅੱਜ ਦਰਸ਼ਨ ਵੀਰ ਜੀਆਂ ਦੀ ਕੁੜੀ ਨਾਲ ਇਹ ਵਾਪਰਿਆ, ਕੱਲ ਨੂੰ ਆਪਣੀ ਧੀ ਨਾਲ ਵੀ ਵਾਪਰ ਸਕਦਾ। ਔਖਾਂ ਤਾਂ ਸਭ ਝੱਲੀਆਂ ਜਾਂਦੀਆਂ ਹੁੰਦੀਆਂ ਨੇ, ਜ਼ਿੰਦਗੀ 'ਚ ਆਉਂਦੀਆਂ ਨੇ, ਦੁੱਖ ਸੁੱਖ ਆਉਂਦੇ ਨੇ। ਵਧੀਆ ਲੱਗਦਾ ਵੀ ਵਧੀਆ ਨੇਗੇ ਵੀ ਤੇ ਵੀ
ਆਗੂਆਂ ਨੂੰ ਸਜ਼ਾ ਇਸ ਕਰਕੇ ਦਿੱਤੀ ਗਈ ਹੈ ਕਿਉਂਕਿ ਇਹਨਾਂ ਨੇ ਲੋਕਾਂ ਨੂੰ ਰਾਹ ਦਿਖਾਇਆ ਬਈ ਆਪਦੇ ਏਕੇ ਦੇ ਜ਼ੋਰ ਵੱਡੇ ਵੱਡੇ ਖੱਬੀਖਾਨਾਂ ਦੀ ਬੂਥ ਲਵਾਈ ਜਾ ਸਕਦੀ ਹੈ, ਜਿਨ੍ਹਾਂ ਨੂੰ ਵੱਡੀਆਂ ਵੱਡੀਆਂ ਪਾਰਟੀਆਂ ਦੀ ਹਮਾਇਤ ਹੈ, ਰਾਜ ਕਰਨ ਵਾਲੀ ਪੁਲਿਸ ਦੀ ਹਮਾਇਤ ਹੈ, ਅਫਸਰਸ਼ਾਹੀ ਦੀ ਹਮਾਇਤ ਹੈ, ਉਹਨਾਂ ਨੂੰ ਸੀਕਾਂ ਪਿੱਛੇ ਬੰਦ ਕਰਾਇਆ ਜਾ ਸਕਦਾ, ਉਮਰ ਕੈਦ ਦੀ ਸਜ਼ਾ ਕਰਾਈ ਜਾ ਸਕਦੀ ਆ। ਇੰਨਾ ਹੀ ਕਸੂਰ ਹੈ ਇਹਨਾਂ ਆਗੂਆਂ ਦਾ, ਪਰ ਸਾਡੇ ਉਹ ਹੀਰੋ ਹੈ, ਉਹ ਭਗਤ ਸਿੰਘ ਹੋਣਾ ਦੇ ਵਾਰਿਸ ਹੈ, ਜਿਹੜੇ ਅੱਜ ਵੀ ਲੋਕਾਂ ਨੂੰ ਰਾਹ ਦਿਖਾ ਰਹੇ ਆ। ਤੇ ਲੋਕ ਇਸ ਆਈ ਤੇ ਆਉਂਦੇ ਜਾਂਦੇ ਆ। ਸਰਕਾਰੇ ਸੁਣ ਲੈ ਕੰਨ ਖੋਲ ਕੇ, ਬਣਾ ਦਿਓ ਝੂਠੇ ਕਤਲ ਕੇਸ, ਕਰ ਦਿਓ ਉਮਰ ਕੈਦ, ਡੱਕ ਦਿਓ ਜੇਲ੍ਹਾਂ ਦੇ ਵਿੱਚ, ਪਰ ਲੋਕਾਂ ਦੀ ਆਪਦੀ ਹੋਂਦ ਵਾਸਤੇ ਲੜਾਈ, ਆਪਦੀ ਕਿਰਤ ਦੀ ਰਾਖੀ ਵਾਸਤੇ ਲੜਾਈ, ਆਪਦੀ ਇੱਜ਼ਤ ਦੀ ਰਾਖੀ ਵਾਸਤੇ ਲੜਾਈ, ਅਣਖ ਦੀ ਜ਼ਿੰਦਗੀ ਜਿਉਣ ਦੀ ਲੜਾਈ, ਇਹ ਕਦੇ ਨਹੀਂ ਰੁਕਣੀ। ਹਰ ਮਿੱਟੀ ਦੀ ਆਪਣੀ ਖਸਲਤ, ਹਰ ਮਿੱਟੀ ਕੁੱਟਿਆ ਨਹੀਂ ਭੁਰਦੀ, ਹਰ ਫੱਟੜ ਮੱਥਾ ਨਹੀਂ ਝੁਕਦਾ, ਪੰਨ ਲਾਇਆ ਹਰ ਛਲ ਨਹੀਂ ਰੁਕਦੀ। ਤੋੜ ਕੇ ਮਜਬੂਰੀਆਂ ਦੇ, ਤੋੜ ਕੇ ਮਜਬੂਰੀਆਂ ਦੇ, ਸੰਗਲਾਂ ਨੂੰ ਆਦ ਤੋਂ, ਸੰਗਲਾਂ ਨੂੰ ਆਦ ਤੋਂ, ਤੋੜ ਕੇ ਮਜਬੂਰੀਆਂ ਦੇ, ਸੰਗਲਾਂ ਨੂੰ ਆਦ ਤੋਂ, ਜ਼ੁਲਮ ਦੇ ਗਲ ਸੰਗਲੀ, ਜ਼ੁਲਮ ਦੇ ਗਲ ਸੰਗਲੀ ਪਾਉਂਦੇ ਰਹੇ ਨੇ ਲੋਕ। ਲੋਕਾਂ ਦੇ ਹੜ ਵੱਧਦੇ ਜਾਣੇ, ਕੀ ਕਰਨਗੇ ਜੇਲ੍ਹਾਂ ਠਾਣੇ, ਲੋਕਾਂ ਦੇ ਹੜ ਵੱਧਦੇ ਜਾਣੇ। ਮੁਰਦਾਬਾਦ ਮੁਰਦਾਬਾਦ। ਆਪਣੀ ਰਾਖੀ ਆਪ ਕਰੋ।